वाहिगुरु जी का खालसा वाहिगुरु जी की फतेह। सतगुरु सच्चे पातशाह जी की पावन हजूरी विच बड़े ही अदब अते सत्कार दे नाल संध्या दे दीवाना विच आप जी जुड़ बैठे हो। जुगो जुग अटल सतगुरु धन धन साहिब श्री गुरु ग्रंथ साहिब जियां दे पहले प्रकाश पुरब ते आप सारिया संगतां नूं लख लख वधाइयां। भागा भरिया समा सतगुरां दी किरपा नाल मिलिया। आओ इनू सफला बनाइए। गुर इतिहास जी दी पवित्र पावन कथा दे विचों पिछले दिनी आप जी ने सरवण कीता सी गुरु नानक देव जी महाराज राजे शिवनाभ नूं उपदेश बख्शिश कर रहे ने। साधुआं ते धार्मिक ग्रंथां दे मुताबक भगत जोग अते कष्ट जोग सतगुरां ने दोहराया, जिस नूं सुन के राजा शिवनाभ नदरो नदर निहाल होया। इन्हां सारे प्रकरणां दा आप जी ने बड़े विस्तार सहित आनंद माणिया। आओ जिवें सतगुरु सच्चे पातशाह जी कृपा करदे ने एक एक प्रसंग एक एक घड़ी सुरत करके गुरु नानक साहिब जियां दे नाल बतीत करिए। पाओ प्रेम दी सांझ आसीस बख्शो। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा श्री गुर पद नक क्रांत जो चिंता मन है समान। सतगुर सच्चे पातशाह जी दे पावन जीवन दे कौतक प्रसंगां दा बयान करते हुए महाकवि भाई संतोख सिंह जी सतगुरां दे चरनां दी महिमा करते ने। गुरु नानक साहिब जियां दे चरनां दे जिहड़े नौ ने ना वो कहते चिंतामणी दे समान ने। गुरबाणी दे विच चिंतामणी दा जिक्र है। काम धेन चिंतामण, इहो चिंतामणी जो मनी जाती है स्वर्गां दे विच, जो तुहाडे अंदर दी चिंत दी चिंतन नूं प्रगट करके वस्तुआं प्रगट कर दिंदी है। जिन्हों हाथ विच लैके जो चाहिए सो प्राप्त हो जाता है। कहते ऐसे सतगुरां दे चरण ते चरनां दे नौ भी पवित्र ने सखियां वर्गे। गुरु घर दे सेवक ते सेवकां दे कुत्तियां दे विच भी करामातां ने। महाकवि आखदे आ सतगुरां दे चरनां दी महिमा मैं की गा के सुणावां। चितवे मंगल सर्वदा बिगन दोख गनिहान। जिन्हां जिन्हां ने सतगुरां दे चरनां दा ध्यान धरिया है, चेते विच रखिया है, अंदर दे विघन दुख तिन्ने ताप उन्हां दे कटे गए। ऐसे चरण ने मेरे सतगुरां दे। सिख सदा ही ध्यान गुरु दे चरनां दा धरदा है, चरनां दा ही आसरा है। कवि जी आखदे आ सतगुरु कृपा करियो अपने चरनां दी धूड़ बख्शदे होए मैनू ये दात बख्शियो। मैं आप जी दे गुणां नूं प्रेम विच भिज के गाई जावां। श्री बल सुंदर
ਅਧਰੂ ਵਾਚ ਚੋਪਈ ਸੁਨ ਕਰ ਸ੍ਰੀ ਗੁਰ ਕੋ ਉਪਦੇਸ਼ਾ ਹਾਥ ਬੰਦ ਦੇਵ ਕਹਿਤ ਨਰੀਸ਼ਾ। ਭਾਈ ਬਾਲਾ ਜੀ ਸਤਿਗੁਰਾਂ ਦੀ ਇਹ ਪਾਵਨ ਕਥਾ ਗੁਰੂ ਅੰਗਦ ਦੇਵ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਨੇ। ਕਹਿੰਦੇ ਪਾਤਸ਼ਾਹ ਜੀ ਅੱਗੇ ਸੁਣੋ। ਜਿਸ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬਾਂ ਨੇ ਧਰਮਸ਼ਾਲਾ ਵਿੱਚ ਬੈਠ ਕੇ ਰਾਜਾ, ਉਹਦੀ ਰਾਣੀ ਜਿਹਦਾ ਨਾਮ ਹੈ ਚੰਦ ਕਲਾ, ਬਾਕੀ ਜਿੰਨੀਆਂ ਰਾਣੀਆਂ ਨੇ, ਪਟਰਾਣੀਆਂ ਨੇ, ਜਾਂ ਜਿੰਨੇ ਰਾਜੇ ਦੇ ਆਫੀਸਰ ਨੇ, ਮੰਤਰੀ ਵਜ਼ੀਰ ਹਨ, ਕਹਿੰਦੇ ਸਭ ਨੇ ਜਦੋਂ ਉਪਦੇਸ਼ ਸੁਣਿਆ ਨਾ ਨਿਹਾਲ ਹੋ ਗਏ। ਰਾਜਾ ਹੱਥ ਜੋੜ ਕੇ ਆਖਣ ਲੱਗਿਆ, ਸੱਚੇ ਪਾਤਸ਼ਾਹ ਮੈਂ ਸੱਤ ਤੇ ਕੀ ਹਜ਼ਾਰਾਂ ਜਨਮ ਧਾਰਨ ਕਰਕੇ ਵੀ ਤੁਹਾਡਾ ਦੇਣ ਨਹੀਂ ਦੇ ਸਕਦਾ। ਲੱਖਾਂ ਜਨਮ ਲੈ ਕੇ ਵੀ ਤੁਹਾਡੇ ਬਖਸ਼ੇ ਹੋਏ ਉਪਦੇਸ਼ ਦਾ ਕਰਜ਼ਾ ਮੇਰੇ ਸਿਰੋਂ ਲੱਥਣਾ ਨਹੀਂ। ਮਨ ਨਿਰਮਲ ਕੇ ਮਾਰਗ ਦੋ ਕਰਨਾ ਕਰ ਬਖਸ਼ੋ ਦੁਖ ਖੋ। ਇਹ ਦੁੱਖਾਂ ਨੂੰ ਕੱਟਣਹਾਰ ਸਵਾਮੀ ਜੀ ਆਪ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਮਨ ਨੂੰ ਨਿਰਮਲ ਬਣਾਉਣ ਵਾਸਤੇ, ਕਿਉਂਕਿ ਜਿਹਦਾ ਮਨ ਨਿਰਮਲ ਹੈ ਉਹਦਾ ਤਨ ਆਪ ਹੀ ਉਜਲਾ ਹੋ ਜਾਂਦਾ। ਤਨ ਦੀਆਂ ਸਫਾਈਆਂ ਤੇ ਦੁਨੀਆ ਨੇ ਜ਼ੋਰ ਲਾਇਆ ਹੈ, ਮਨ ਤੇ ਸਾਰਿਆਂ ਦਾ ਹੀ ਮੈਲ ਹੈ। ਸਾਹਿਬਾਂ ਨੇ ਬਾਣੀ ਵਿੱਚ ਸਪਸ਼ਟ ਕੀਤਾ ਹੈ, ਮਨ ਮੈਲਾ ਹੈ ਤਾਂ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਵਈ। ਕਹਿੰਦੇ ਜੇ ਮਨ ਦੇ ਵਿੱਚ ਗੋਡੇ ਗੋਡੇ ਮੈਲ ਭਰੀ ਹੈ ਤੇ ਮਨ ਅੰਦਰੋਂ ਪਾਪੀ ਹੈ, ਤਨ ਧੋਤਿਆਂ ਕੀ ਹੋ ਜਾਣਾ? ਕਹਿੰਦੇ ਕਦੇ ਸਾਫ਼ ਹੀ ਨਹੀਂ ਹੋਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰਾਜਾ ਕਹਿੰਦਾ, ਮਹਾਰਾਜ ਆਪ ਜੀ ਦਾ ਉਪਦੇਸ਼ ਸੁਣ ਕੇ ਮੇਰਾ ਮਨ ਸ਼ੀਸ਼ੇ ਵਰਗਾ ਸਾਫ਼ ਹੋ ਗਿਆ, ਚਮਕ ਗਿਆ। ਇਸ ਮਨ ਦੇ ਵਿੱਚੋਂ ਜਨਮਾਂ ਜਨਮਾਂ ਦੀ ਮੈਲ ਕੱਟੀ ਗਈ ਹੈ। ਕਰਿਓ ਸਦੀਵ ਕਰਿਓ ਸਰਬ ਮਮ ਦੇਸ਼ ਨਿਹਲਾ, ਤੁਮ ਸਮਾਨ ਨੈਣ ਕਿਰਪਾਲਾ। ਰਾਜਾ ਸ਼ਿਵਨਾਭ ਹੱਥ ਜੋੜ ਕੇ ਚਰਨਾਂ ਤੇ ਸੀਸ ਰੱਖ ਕੇ ਕਹਿੰਦਾ, ਮਹਾਰਾਜ ਜਿਵੇਂ ਆਪ ਜੀ ਨੇ ਦਾਸ ਨੂੰ ਨਿਹਾਲ ਕੀਤਾ, ਮੈਨੂੰ ਤਾਰਿਆ ਨਾ, ਮੇਰੀ ਇੱਕੋ ਬੇਨਤੀ, ਮੇਰਾ ਦੇਸ਼ ਵੀ ਤਾਰ ਦਿਓ, ਮੇਰੀ ਇਸ ਪਰਜਾ ਨੂੰ ਵੀ ਚਰਨਾਂ ਦੀ ਧੂੜ ਦੇ ਦਿਓ। ਕਰਿਓ ਸਦੀਵ ਬਾਸ ਮੁਝ ਸਦਨਾ, ਹਰਖੋ ਹੀਰ ਕਮਲ ਸਮ ਬਦਨਾ। ਸਤਿਗੁਰ ਸੱਚੇ ਪਾਤਸ਼ਾਹ ਪੁੱਛਦੇ, ਕਹਿੰਦੇ ਰਾਜਨ ਮੰਗ ਤੇਰੇ ਮਨ ਦੀ ਇੱਛਾ ਕੀ ਹੈ? ਰਾਜੇ ਨੇ ਕਿਹਾ ਸੀ ਨਾ ਬਾਗ ਵਿੱਚ, ਕਹਿੰਦਾ ਸਤਿਗੁਰੂ ਜੀ ਪਹਿਲਾਂ ਮੇਰੀਆਂ ਸੁਣ ਲਓ। ਜਦੋਂ ਮੈਨੂੰ ਆਪ ਜੀ ਦੇ ਬਚਨਾਂ ਤੇ ਪੂਰਨ ਇਤਬਾਰ ਹੋ ਗਿਆ ਤੇ ਮੈਂ ਆਪਣੇ ਮਨ ਦੀ ਕਾਮਨਾ ਵੀ ਦੱਸ ਦਿਆ। ਕਹਿੰਦਾ ਸਤਿਗੁਰੂ ਮੇਰੇ ਮਨ ਦੀ ਕਾਮਨਾ ਤੁਸੀਂ ਸਦਾ ਮੇਰੇ ਦੇਸ਼ ਵਿੱਚ ਰਹੋ, ਕਦੇ ਐਸਾ ਨਾ ਹੋਵੇ ਤੁਸੀਂ ਇੱਕ ਪਲ ਵੀ ਮੈਥੋਂ ਦੂਰ ਜਾਵੋ। ਜਿਸ ਪ੍ਰਕਾਰ ਤੁਮ ਕਿਤਨੇ ਕੋਸਾ, ਚੱਲ ਆਏ ਨਿਜ ਦੀਨ ਭਰੋਸਾ। ਜਿਵੇਂ ਆਪ ਦੀ ਲੱਖਾਂ ਕੋਹ ਤੋਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਭਾਰਤ ਦੇ ਖੰਡ ਤੋਂ ਆਏ ਹੋ, ਸਤਿਗੁਰੂ ਜੀ ਮੈਂ ਚਾਹੁੰਦਾ ਆਏ ਜ਼ਰੂਰ ਹੋ ਪਰ ਜਾਇਓ ਨਾ। ਪ੍ਰੇਮ ਇਹ ਕਹਿੰਦਾ ਹੈ ਤੁਹਾਡਾ ਦਿਲ ਵਿੱਚ ਆਉਣ ਦਾ ਰਸਤਾ ਹੈ ਪਰ ਜਾਣ ਵਾਸਤੇ ਕਦੇ ਕੀ ਹੈ ਹੀ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਰਹੇ ਆ ਰਾਜਾ ਸ਼ਿਵਨਾਭ ਇਹ ਅੰਦਰੋਂ ਕਹਿੰਦਾ ਹੈ, ਉਹ ਰਾਜਾ ਜਿਹਨੇ ਸੈਂਕੜੇ ਲੋਕਾਂ ਨੂੰ ਪਰਖਿਆ, ਪਤਾ ਨਹੀਂ ਕਿੰਨੇ ਕੁ ਨਾਨਕ ਬਣ ਕੇ ਆਉਂਦੇ ਰਹੇ, ਕਿੰਨੇ ਪਾਪ ਦੀ ਅੱਗ ਵਿੱਚ ਪੱਕਦੇ ਰਹੇ, ਸੜਦੇ ਰਹੇ, ਭ੍ਰਮਤ ਹੁੰਦੇ ਰਹੇ, ਪਰ ਗੁਰੂ ਬਾਬਾ ਜੀ ਦੇ ਸਨਮੁਖ ਹੱਥ ਜੋੜ ਕੇ ਬੈਠਾ ਫੁੱਲਾਂ ਦੀ ਸੇਜ ਉੱਤੇ, ਕਿਉਂਕਿ ਧਰਮਸ਼ਾਲਾ ਦੇ ਪਲਗੇ ਤੇ ਮੇਰੇ ਸਾਹਿਬ ਬੈਠੇ ਆ, ਹਜ਼ਾਰਾਂ ਲੋਕ ਸਤਿਗੁਰਾਂ ਦੇ ਚਰਨਾਂ ਵਿੱਚ ਨੇ। ਨਜ਼ਾਰਾ ਇਦਾਂ ਦਾ ਹੈ ਜਿਵੇਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਫੁੱਲਾਂ ਨਾਲ ਲੱਦਿਆ, ਬੇਅੰਤ ਸੰਗਤਾਂ ਦੀਦਾਰ ਕਰਦੀਆਂ ਨੇ। ਉਸ ਵੇਲੇ ਰਾਜੇ ਸ਼ਿਵਨਾਭ ਨੇ ਧਰਮਸ਼ਾਲਾ ਫੁੱਲਾਂ ਨਾਲ ਇਦਾਂ ਲੱਦੀ ਹੋਈ ਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਬੈਠੇ ਨੇ, ਇੱਕ ਪਾਸੇ ਭਾਈ ਬਾਲਾ, ਦੂਜੇ ਪਾਸੇ ਭਾਈ ਮਰਦਾਨਾ। ਗੁਰੂ ਬਾਬਾ ਜੀ ਕਹਿੰਦੇ ਰਾਜਨ ਜਿਵੇਂ ਤੇਰੀ ਇੱਛਾ ਹੈ ਭਾਈ, ਅਸੀਂ ਉਸੇ ਦੇ ਅਨੁਸਾਰ ਹਾਂ। ਇਸੀ ਪ੍ਰਕਾਰ ਰਹਿਣ ਅਬ ਕੀਜੈ, ਸਰਬ ਦੇਸ਼
ਉਪਦੇਸ਼ ਦੀਜੈ। ਸਤਿਗੁਰੂ ਜੀ ਸਾਰੇ ਦੇਸ਼ ਮੇਰੇ ਨੂੰ ਆਪਣਾ ਉਪਦੇਸ਼ ਬਖਸ਼ੋ ਤਾਂ ਜੋ ਲੋਕ ਇਹ ਕਰਮ ਕਾਂਡਾਂ ਚੋਂ ਨਿਕਲ ਜਾਣ। ਕਿਉਂਕਿ ਰਾਜਾ ਅੱਜ ਗਿਆਨੀ ਬਣ ਗਿਆ ਹੈ। ਗਿਆਨੀ ਉਹ ਸੁਰਤ ਦੇ ਤਲ ਤੇ ਬਣਿਆ ਹੈ, ਕੱਪੜਿਆਂ ਵਾਲਾ ਗਿਆਨੀ ਨਹੀਂ ਹੈ। ਅੱਜ ਦੁਨਿਆਵੀ ਤੌਰ ਤੇ ਧਰਮਾਂ 'ਚ ਗਿਆਨੀ ਲੋਕ ਬਹੁਤ ਨੇ, ਕੋਈ ਕਿਤਾਬਾਂ ਪੜ੍ਹ ਕੇ ਗਿਆਨੀ ਆ, ਕੋਈ ਲਿਬਾਸ ਪਾ ਕੇ ਗਿਆਨੀ। ਪਰ ਗਿਆਨੀ ਉਹ ਆ ਜਿਹੜਾ ਗਿਆਨ ਦੀ ਗੱਲ ਕਰੇ, ਜਿਹਦੇ ਜੀਵਨ ਵਿੱਚ ਗਿਆਨ ਹੋਵੇ। ਰਾਜਾ ਕਹਿੰਦਾ ਸਾਹਿਬ ਜੀ ਮੇਰੀ ਇਸ ਪਰਜਾ ਨੂੰ ਗਿਆਨ ਬਖਸ਼ ਦਿਓ। ਗੁਰੂ ਸਾਹਿਬ ਹੱਸ ਕੇ ਕਹਿੰਦੇ ਰਾਜਨ ਇੰਨਾ ਸਮਾਂ ਸਾਡੇ ਕੋਲ ਕਿੱਥੇ ਹੈ, ਅਸੀਂ ਪਰਜਾ ਦੇ ਵਿੱਚ ਵਿਚਰਾਂਗੇ, ਤੇਰੇ ਦੇਸ਼ ਦੇ ਵਿੱਚ ਵਿਚਰਾਂਗੇ, ਬੜਾ ਲੰਮਾ ਸਮਾਂ ਬਤੀਤ ਹੋ ਜਾਏਗਾ, ਕਿਉਂਕਿ ਸ਼੍ਰੀਲੰਕਾ ਇੱਕ ਦੇਸ਼ ਹੈ। ਗੁਰੂ ਸਾਹਿਬ ਕਹਿੰਦੇ ਰਾਜਨ ਅਸੀਂ ਤੈਨੂੰ ਆਪਣਾ ਰੂਪ ਬਣਾਇਆ, ਤੇਰੇ ਮੇਰੇ ਵਿੱਚ ਫਰਕ ਕੋਈ ਨਹੀਂ। ਪ੍ਰੇਮ ਬਿਨ ਸਨ ਬਾਣੀ ਸੁਣ ਕੇ ਪੱਗ ਪਹੋਲ ਦੀਨੀ ਸਿੱਖ ਗੁਣ ਕੇ। ਫਿਰ ਗੁਰੂ ਸਾਹਿਬ ਨੇ ਰਾਜੇ ਦੀ ਪਰਖ ਤੋਂ ਬਾਅਦ ਹੁਕਮ ਕੀਤਾ ਭਾਈ ਜਲ ਲੈ ਕੇ ਆਓ। ਅੱਜ ਜਲ ਮੰਗਾਇਆ ਗਿਆ, ਇੱਕ ਪ੍ਰਾਤ ਵਿੱਚ ਜਲ ਰੱਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਵਿੱਚ ਚਰਨ ਰੱਖੇ ਆ। ਰਾਜੇ ਨੇ ਸਤਿਗੁਰਾਂ ਦੇ ਚਰਨਾਂ ਨੂੰ ਧੋਤਾ ਹੈ, ਧੋ ਕੇ ਚਰਨਾਮ੍ਰਿਤ ਲਿਆ, ਚਰਨਾਂ ਦਾ ਅੰਮ੍ਰਿਤ ਲਿਆ, ਅੱਜ ਪਾਹੁਲ ਲਈ ਹੈ। ਵੇਖੋ ਸਿੱਖੀ ਧਾਰਨ ਕਰਨ ਵਾਸਤੇ ਕਿੱਡੀ ਵੱਡੀ ਪਰਖ ਹੋਈ ਹੈ। ਕਿੰਨਿਆਂ ਸਾਲਾਂ ਤੋਂ ਰਾਜਾ ਸਤਿਗੁਰਾਂ ਦੀ ਉਡੀਕ ਵਿੱਚ ਬੈਠਾ। ਭਾਈ ਮਨਸੁਖ ਸ਼ਾਹੂਕਾਰ ਨੇ ਦੱਸਿਆ ਸੀ ਨਾ, ਗੁਰੂ ਬਾਬਾ ਜੀ ਆਉਣਗੇ, ਕਸਵੱਟੀਆਂ ਤੇਰੇ ਤੇ ਵੀ ਲਾਉਣਗੇ ਤੇ ਤੂੰ ਵੀ ਲਾਏਗਾ। ਅੱਜ ਜਦੋਂ ਰਾਜੇ ਨੂੰ ਸਿੱਖੀ ਦੀ ਦਾਤ ਮਿਲ ਗਈ ਨਾ, ਚਰਨਾਂ ਦਾ ਅੰਮ੍ਰਿਤ ਆਪ ਛਕਿਆ, ਆਪਣੀਆਂ ਰਾਣੀਆਂ ਤੇ ਵਜ਼ੀਰਾਂ ਨੂੰ ਦਿੱਤਾ। ਅੱਜ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਹੋ ਗਏ, ਕਿਉਂਕਿ ਚਰਨਾਮ੍ਰਿਤ ਤੋਂ ਪਹਿਲਾਂ ਉਹ ਇੱਕ ਦੁਨਿਆਵੀ ਸਿੱਖ ਸਨ। ਜਦੋਂ ਸਤਿਗੁਰਾਂ ਦੇ ਚਰਨ ਧੂੜ, ਚਰਨਾਂ ਦਾ ਅੰਮ੍ਰਿਤ ਲਿਆ, ਪਾਨ ਕੀਤਾ, ਕਹਿੰਦੇ ਰਾਜੇ ਨੂੰ ਆਪਣੇ ਆਪ ਦੀ ਸੋਝੀ ਹੋ ਗਈ, ਮੈਂ ਕੌਣ ਹਾਂ, ਇਸ ਧਰਤੀ ਤੇ ਕਿਉਂ ਆਇਆ, ਤੇ ਮੇਰੇ ਗੁਰੂ ਪਾਤਸ਼ਾਹ ਜੀ ਕੌਣ ਹਨ। ਅੰਮ੍ਰਿਤ ਦੀ ਦਾਤ ਲੈ ਕੇ ਚਰਨਾਂ ਤੇ ਨਮਸਕਾਰ ਕਰਦਾ ਏ। ਧਰਮਸਾਲ ਮੇ ਕੀਨ ਬਸੀਰਾ ਸਰਬ ਦੇਸ਼ ਹੋਵਤ ਭਾਚੀਰਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਸੇ ਧਰਮਸ਼ਾਲਾ ਦੇ ਵਿੱਚ ਰਾਤਾਂ ਕੱਟੀਆਂ, ਮਹਿਲਾਂ 'ਚ ਨਹੀਂ ਗਏ। ਬੜੀਆਂ ਬੇਨਤੀਆਂ ਰਾਜੇ ਨੇ ਕੀਤੀਆਂ ਸੀ, ਮਹਾਰਾਜ ਮਹਿਲਾਂ ਵਿੱਚ ਆ ਜਾਓ, ਮਹਿਲ ਤੁਹਾਡੇ ਨੇ ਜੀ, ਰਾਜ ਭਾਗ ਤੁਹਾਡਾ ਏ। ਗੁਰੂ ਬਾਬਾ ਜੀ ਕਹਿੰਦੇ ਨਹੀਂ, ਇਹ ਚਾਦਰਾਂ ਕੀ ਠੀਕ ਹੈ, ਤਲੀਆਂ ਹੀ ਸੋਹਣੀਆਂ ਲੱਗਦੀਆਂ ਨੇ। ਕੁਛ ਦਿਨ ਉਸ ਧਰਮਸ਼ਾਲਾ ਵਿੱਚ ਰਹਿ ਕੇ ਸਤਿਗੁਰਾਂ ਨੇ ਬਤੀਤ ਕੀਤੇ। ਇਲਾਕੇ ਦੀ ਸੰਗਤ, ਰਾਜੇ ਦੀ ਪਰਜਾ, ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ, ਜਿਹਦਾ ਵੀ ਪਿਆਰ ਹੈ ਭੱਜਿਆ ਆਉਂਦਾ ਹੈ। ਕਹਿੰਦੇ ਚਰਨਾਮ੍ਰਿਤ ਰੋਜ਼ ਲੋਕ ਲੈਂਦੇ ਰਹੇ, ਪਰ ਐਡੀ ਵੱਡੀ ਰਾਜ ਸਭਾ ਨੂੰ ਇੰਨੇ ਲੋਕਾਂ ਨੂੰ ਕਿਵੇਂ ਭੁਗਤਾਇਆ ਜਾਵੇ, ਔਖਾ ਗੱਲ ਸੀ। ਕਹਿੰਦੇ ਹਜ਼ਾਰਾਂ ਲੋਕ ਚਰਨਾਮ੍ਰਿਤ ਲੈ ਕੇ ਸਿੱਖ ਦੇ ਬਣ ਗਏ, ਪਰ ਰਾਜਾ ਚਾਹੁੰਦਾ ਮੇਰਾ ਸਾਰਾ ਦੇਸ਼ ਸਿੱਖ ਹੋਵੇ। ਹੁਣ ਕੱਲੇ ਕੱਲੇ ਨੂੰ ਮਿਲਣਾ ਇੰਨਾ ਸਮਾਂ ਕਿੱਥੇ ਹੈ। ਭੂਪਤ ਜੋਗ ਦੀਨ ਕੀ ਕਰਜਾ ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਕੁਝ ਦਿਨਾਂ ਵਿੱਚ ਰਹਿ ਕੇ ਰਾਜੇ ਨੂੰ ਜਿਹੜਾ ਗਿਆਨ ਦਾ ਉਪਦੇਸ਼ ਪੜ੍ਹਾਇਆ ਸੀ, ਤੇ ਉਹ ਇੱਕ ਲਿਖਿਆ ਗਿਆ ਸੀ, ਕਲਮਬੰਦ ਕੀਤਾ ਸੀ ਰਾਜੇ ਦੇ ਵਿਦਵਾਨਾਂ ਨੇ। ਉਸ ਬੁੱਕ, ਉਸ ਕਿਤਾਬ ਦਾ ਨਾਮ ਸੀ ਪ੍ਰਾਣ ਸੰਗਲੀ। ਅੱਜ ਇਹ ਗ੍ਰੰਥ ਲੁਪਤ ਹੈ। ਪ੍ਰਾਣ ਸੰਗਲੀ ਨਾਮ ਦੇ ਗ੍ਰੰਥ ਬਹੁਤ ਛਪੇ ਹੋਏ, ਯੋਗ ਮਤ ਦਾ ਅਭਿਆਸ ਹੈ, ਧਰਮ ਦੀਆਂ ਘੁੰਡੀਆਂ ਦੇ ਵਿੱਚ ਲਿਖੀਆਂ ਨੇ। ਪਰ ਗੁਰੂ ਬਾਬਾ ਜੀ ਨੇ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਸੀ ਪ੍ਰਾਣ ਸੰਗਲੀ ਦੇ ਰੂਪ ਦੇ ਵਿੱਚ, ਉਹ ਸ਼੍ਰੀਲੰਕਾ 'ਚ ਰਹਿ ਗਿਆ ਸੀ। ਅੱਜ ਬੜੇ ਲੋਕ ਇਹਨੂੰ ਲਈ ਕਰਦੇ। ਚਲੋ ਸਾਡੇ ਸਿੱਖਾਂ ਨੂੰ ਕੀ ਪਤਾ ਲੱਗਣਾ, ਸਾਨੂੰ ਕੀ ਨਹੀਂ ਪਤਾ ਵੀ ਧੁਰ ਕੀ ਬਾਣੀ ਦੇ ਅੰਗ ਕਿੰਨੇ ਆ, ਕਿਹੜੇ ਸਤਿਗੁਰਾਂ ਦੀ ਕਿਹੜੀ ਬਾਣੀ ਆ। ਹੁਕਮਨਾਮਾ ਆਇਆ ਹੁੰਦਾ, ਸ਼ਲੋਕ ਮਹੱਲਾ ਚੌਥਾ। ਪੁੱਛਦੇ ਫਿਰਦੇ ਜੀ, ਕਹਿੰਦੇ ਚੌਥਾ ਕਿਹੜੇ ਪਾਤਸ਼ਾਹ ਹੁੰਦੇ ਆ, ਕਿਹਨਾਂ ਦਾ ਸ਼ਬਦ ਹੈ। ਸ਼ਲੋਕ ਮਹੱਲਾ ਪੰਜਵਾ, ਤਾਂ ਨਹੀਂ ਪਤਾ ਵੀ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਹੁਣ ਪ੍ਰਾਣ ਸੰਗਲੀ ਗੁਰੂ ਸਾਹਿਬ ਨੇ ਜੋ ਉਸ ਵੇਲੇ ਉਪਦੇਸ਼ ਦਿੱਤਾ ਸੀ ਨਾ, ਬਹੁਤ ਗਹਿਰਾ ਸੀ। ਜਿਸ ਉਪਦੇਸ਼ ਨੂੰ ਪੜ੍ਹ ਕੇ ਸਿੱਧਾਂ ਨੇ, ਯੋਗੀਆਂ ਨੇ, ਪੀਰਾਂ ਫਕੀਰਾਂ ਨੇ ਬੜਾ ਲਾਭ ਪ੍ਰਾਪਤ ਕੀਤਾ ਏ। 113 ਧਿਆਏ ਬਖਾਨੇ ਜਿਹ ਪੜ ਜੋਗ ਕਲਾ ਸਭ ਜਾਣੇ। ਸਤਿਗੁਰਾਂ ਨੇ 113 ਅਧਿਆਏ ਉਹਦੇ ਵਿੱਚ ਲਿਖਵਾਏ, ਐਪੀਸੋਡ ਕਹਿ ਲਓ 113।
ਹੁਣ ਇੱਕ ਅੰਗ ਦੇ ਵਿੱਚ ਕੀ ਕੁਛ ਆਪ ਜੀ ਨੇ ਜਿੰਨਾ ਕੁਝ ਪਿੱਛੇ ਸੁਣਿਆ, ਭਗਤ ਯੋਗ, ਕਸ਼ਟ ਯੋਗ, ਇਹ ਤੇ ਸਿਰਫ ਯੋਗ ਦਾ ਇੱਕ ਹਿੱਸਾ ਸੀ ਤੇ ਗੁਰੂ ਬਾਬਾ ਜੀ ਨੇ 113 ਲਿਖਾਏ। ਜਦੋਂ ਰਾਜੇ ਨੇ ਪੜ੍ਹਿਆ ਨਾ, ਉਹਦੀ ਪ੍ਰਜਾ ਹੈਰਾਨ, ਸਾਰੇ ਹੈਰਾਨ ਵੀ ਧਾਰਮਿਕ ਸ਼ਾਸਤਰ ਗ੍ਰੰਥਾਂ ਦੇ ਵਿੱਚ ਐਡਾ ਵਿਸਥਾਰ ਵੀ ਨਹੀਂ। ਕਿਉਂ ਪੜ੍ਹਾਏ ਗੁਰੂ ਸਾਹਿਬ ਨੇ? ਮਹਾਰਾਜ ਨੇ ਤਾਂ ਪੜ੍ਹਾਇਆ ਸੀ ਵੀ ਇਹਨਾਂ ਗ੍ਰੰਥਾਂ ਵਿੱਚ ਬਹੁਤ ਕੁਝ ਲਿਖਿਆ ਪਰ ਹਿਰਦੇ ਬਾਰੇ ਕੁਝ ਵੀ ਨਹੀਂ ਲਿਖਿਆ। ਧਾਰਮਿਕ ਗ੍ਰੰਥ ਜਿੰਨੇ ਮਰਜ਼ੀ ਪੜ੍ਹ ਲਓ ਸਾਰੇ ਸਤਿਕਾਰਯੋਗ ਨੇ, ਪਰ ਕਿਸੇ ਵੀ ਗ੍ਰੰਥ ਨੇ ਮਨ ਨੂੰ ਵਸ ਕਰਨ ਦਾ ਤਰੀਕਾ ਨਹੀਂ ਦੱਸਿਆ। ਸਭ ਨੇ ਦੱਸਿਆ ਸਰੀਰ ਕਿਵੇਂ ਵਸ ਹੋ ਸਕਦਾ, ਸ਼ੁੱਧ ਕਿਵੇਂ ਹੋ ਸਕਦਾ ਹੈ, ਸਰੀਰ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਆ ਜਿਹੜਾ ਪੰਥ ਤੈਨੂੰ ਦੇਣ ਲੱਗੇ ਆ ਨਾ, ਨਾਨਕ ਨਿਰਮਲ ਪੰਥ ਚਲਾਇਆ। ਰਾਜ ਨੇ ਇਸ ਪੰਥ ਦੀ ਆਰੰਭਤਾ ਹੀ ਮਨ ਦੀ ਵਸਤਾ ਤੋਂ ਹੋਈ ਹੈ। ਫਿਰ ਬਾਣੀ ਦਾ ਫੈਸਲਾ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਗੁਰੂ ਦੀ ਕਿਰਪਾ ਤੋਂ ਬਿਨਾ ਮਨ ਵਸ ਨਹੀਂ ਆਉਂਦਾ। ਸਾਹਿਬ ਲਿਖਦੇ ਆ, ਮਨ ਜੀਤੈ ਜਗ ਜੀਤ। ਕਹਿੰਦੇ ਮਨ ਜਿੱਤ ਲੈ ਦੁਨੀਆ ਜਿੱਤ ਲਏਗਾ, ਪਰ ਲੋਕਾਂ ਨੇ ਸਰੀਰ ਜਿੱਤਣ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਦੇਸ਼ ਟਾਪੂ ਜਿੱਤਣ ਦੀ ਕੋਸ਼ਿਸ਼ ਕੀਤੀ। ਸਤਿਗੁਰਾਂ ਨੇ ਪ੍ਰਾਣ ਸੰਗਲੀ ਗ੍ਰੰਥ ਦੇ ਵਿੱਚੋਂ ਬੜਾ ਕੁਝ ਸੁਣਾਇਆ। ਇਹ ਜਿਹੜਾ ਪ੍ਰਾਣ ਸੰਗਲੀ ਗ੍ਰੰਥ ਹੈ ਗੁਰਬਾਣੀ ਤੋਂ ਬਾਹਰ ਹੈ। ਗੁਰੂ ਸਾਹਿਬ ਦੀਆਂ ਬੜੀਆਂ ਰਚਨਾਵਾਂ ਨੇ ਜਿਹੜੀਆਂ ਧੁਰਕੀ ਬਾਣੀ ਵਿੱਚ ਨਹੀਂ ਹਨ। ਫੁਟਕਲ ਵੀ ਸੀ, ਬਹੁਤ ਕੁਝ ਐਸਾ ਹੈ ਜੋ ਸਤਿਗੁਰਾਂ ਨੇ ਬਾਹਰ ਦੇ ਵਚਨ ਕੀਤੇ ਸੀ, ਜੋ ਧੁਰਕੀ ਬਾਣੀ ਨਹੀਂ ਸਨ, ਵਕਤੀ ਤੌਰ ਦੇ ਵਚਨ ਸਨ। ਕਹਿੰਦੇ ਪ੍ਰਾਣ ਸੰਗਲੀ ਗ੍ਰੰਥ ਸਮੇਂ ਦੇ ਰਾਜੇ ਨੇ ਲਿਖਾਇਆ, ਸੰਭਾਲ ਕੇ ਰੱਖਿਆ। ਉਹਨੂੰ ਪੜ੍ਹਦਾ ਹੈ, ਪੜ੍ਹ ਕੇ ਕੀ ਸੋਚਦਾ ਹੈ ਵੀ ਮੇਰਾ ਧਰਮ ਇਹ ਯੋਗ ਨਹੀਂ ਹੈ। ਮੇਰਾ ਧਰਮ ਕਿਹੜਾ ਹੈ? ਨਾਮ ਜਪਣਾ, ਸੱਚ ਤੇ ਬਹਿਣਾ। ਗੁਰੂ ਸਾਹਿਬ ਨੇ ਦਿਖਾਤਾ ਵੀ ਕਲਯੁਗ ਦੇ ਸਮੇਂ 'ਚ ਯੋਗ ਕਮਾਉਣ ਦੀ ਤੇ ਉਮਰ ਹੀ ਨਹੀਂ ਕਿਸੇ ਕੋਲ, ਨਾ ਐਡੇ ਯੋਗਾ ਸਰੀਰ ਹੈ ਕੋਈ ਯੋਗੀ ਬਣ ਸਕੇ। ਦੇ ਕਰ ਸੋ ਸੌਂਪਿਓ ਅਵਨੀਪਾ, ਬੋਲੇ ਪੁਨ ਬੇਦੀ ਕੁਲ ਦੀਪਾ। ਸਤਿਗੁਰਾਂ ਨੇ ਉਹ ਗ੍ਰੰਥ ਰਾਜੇ ਨੂੰ ਸੌਂਪ ਕੇ ਹੁਕਮ ਕੀਤਾ, ਕਹਿੰਦੇ ਰਾਜਨ ਇਹ ਸਾਡੀ ਇਮਾਨਤ ਹੈ, ਇਹਨੂੰ ਸੰਭਾਲ ਕੇ ਰੱਖੀ। ਕਹਿੰਦਾ ਜੀ ਸਤਿਗੁਰ ਗੁਰੂ ਬਾਬਾ ਜੀ ਆਪਣੀ ਨਿਸ਼ਾਨੀ ਦੇ ਕੇ ਚੱਲੇ ਰਾਜੇ ਸੰਗਲਾ ਦੀਪ ਦੇ ਸ਼ਿਵ ਨਾਲ। ਰਾਜਾ ਇੰਨਾ ਕੁਝ ਸਤਿਗੁਰਾਂ ਦੇ ਚਰਨਾਂ ਤੇ ਬੈਠਾ ਮੱਥਾ ਟੇਕ ਕੇ ਹੋਇਆ, ਕਹਿੰਦਾ ਪਾਤਸ਼ਾਹ ਮੈਂ ਤੁਹਾਡਾ ਦੇਣ ਕੀ ਦੇ ਸਕਦਾ। ਗੁਰੂ ਸਾਹਿਬ ਕਹਿੰਦੇ ਜਦ ਵੀ ਚੇਤੇ ਕਰੇਗਾ ਤੇਰੇ ਨਾਲ ਹੋਵਾਂਗੇ, ਕਦੇ ਤੈਥੋਂ ਦੂਰ ਨਹੀਂ ਹੋਵਾਂਗੇ। ਜਬ ਸਿੱਖ ਕੋ ਆਵਹਿ ਹਮ ਦੇਸ਼ੋ, ਜਾਜੈ ਤੁਮ ਪੈ ਦੇਹੋ ਨਰੇਸ਼ੋ। ਇੱਕ ਵਚਨ ਸਤਿਗੁਰਾਂ ਨੇ ਕਿਹਾ, ਆਪਣੀਆਂ ਪੁਸ਼ਤਾਂ ਤੱਕ ਇਸ ਗ੍ਰੰਥ ਨੂੰ ਸੰਭਾਲ ਕੇ ਰੱਖੀ। ਜਦੋਂ ਸਾਡੇ ਧਰਮ ਦਾ ਕੋਈ ਸਿੱਖ ਆਵੇ ਪੰਥ ਦਾ, ਉਹ ਸਾਡੀ ਇਮਾਨਤ ਦੱਸ ਕੇ ਤੇਰੇ ਤੋਂ ਮੰਗੇਗਾ, ਇਹ ਗ੍ਰੰਥ ਸੌਂਪ ਦਿਓ। ਕਹਿੰਦਾ ਜੀ ਸਤ ਰਾਜੇ ਨੇ ਆਪਣੇ ਪੁੱਤਾਂ ਨੂੰ ਕਿਹਾ, ਪੁੱਤਾਂ ਨੇ ਅੱਗੇ ਆਪਣੇ ਪੁੱਤਾਂ ਨੂੰ ਕਿਹਾ, ਪੋਤੇ ਪੜਪੋਤਿਆਂ ਤੱਕ ਪ੍ਰਾਣ ਸੰਗਲੀ ਗ੍ਰੰਥ ਸੰਗਲਾ ਦੀਪ ਵਿੱਚ ਰਿਹਾ। ਅੱਜ ਵੀ ਉਹਦੇ ਉਤਾਰੇ ਮਿਲਦੇ ਆ, ਪੜ੍ਹਨਾ ਹੀ ਬਹੁਤ ਔਖਾ ਹੈ। ਔਖਾ ਕਿੰਨਾ ਕੁ ਹੋਊਗਾ? ਆ ਪਿੱਛੇ ਤੇ ਆਪਾਂ ਭਗਤ ਯੋਗ ਤੇ ਕਸ਼ਟ ਯੋਗ ਸੁਣਿਆ, ਇਸ ਲਈ ਧੂਆਂ ਲੜਦਾ, ਉਹ ਤੇ ਬਹੁਤ ਔਖਾ ਹੋਣਾ। ਸਾਹਿਬ ਕਹਿੰਦੇ ਸਾਡਾ ਸਿੱਖ ਆਏਗਾ, ਤੇ ਆਇਆ ਵੀ ਸੀ ਉਹ ਸਿੱਖ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਭੇਜਿਆ ਸੀ ਸੰਗਲਾ ਦੀਪ, ਜਾਓ ਭਾਈ ਸਤਿਗੁਰਾਂ ਦੀ ਉਹ ਵਿਰਾਸਤ ਲੈ ਕੇ ਆਓ। ਇੱਥੇ ਕਈ ਤਰ੍ਹਾਂ ਦੇ ਪ੍ਰਮਾਣ ਮਿਲਦੇ। ਕਈਆਂ ਨੇ ਲਿਖਿਆ ਕਿ ਜੋ ਪ੍ਰਾਣ ਸੰਗਲੀ ਗ੍ਰੰਥ ਉੱਥੋਂ ਕਈ ਯੋਗੀਆਂ ਸਾਧੂਆਂ ਨੇ ਗਾਇਬ ਕਰ ਦਿੱਤਾ ਸੀ, ਕਿਉਂਕਿ ਰਾਜਾ ਤੇ ਸਰੀਰ ਛੱਡ ਗਿਆ। ਕਈਆਂ ਲਿਖਿਆ ਕਿ ਉਹ ਗ੍ਰੰਥ ਜਦੋਂ ਸਤਿਗੁਰਾਂ ਦੇ ਹੱਥ ਲੱਗਿਆ, ਸਿੱਖ ਲੈ ਕੇ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੇਖਿਆ ਵੀ ਇੱਥੇ ਤੇ ਮਿਲਾਵਟ ਕਰ ਦਿੱਤੀ ਗਈ ਹੈ। ਸਤਿਗੁਰਾਂ ਨੇ ਬਿਆਸਾ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ। ਜਿਵੇਂ ਬਾਬਾ ਪ੍ਰਿਥੀ ਚੰਦ ਦੇ ਸੁਪੁੱਤਰ ਮਿਹਰਬਾਨ ਨੇ ਬੜਾ ਕੁਝ ਐਸਾ ਲਿਖਿਆ ਜਿਹਨੂੰ ਅਸੀਂ ਅੱਜ ਤੱਕ ਬਾਣੀ ਮੰਨਦੇ ਫਿਰਦੇ ਹਾਂ। ਹੁਣ ਲੋਕ ਆਮ ਬੋਲਦੇ ਤੇਰਾ ਭਾਣਾ ਮਿੱਠਾ ਲੱਗੀ, ਕਿੱਥੇ ਲਿਖਿਆ ਬਾਣੀ? ਸਤਿਗੁਰ ਦਾ ਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਇਹ ਵੀ ਨਹੀਂ ਹੈ। ਬੜੇ ਸ਼ਬਦ ਐਸੇ ਨੇ ਜੋ ਮਿਹਰਬਾਨ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਲਿਖ ਕੇ ਐਡਿਟ ਕੀਤੇ, ਆਪਣੇ ਕੋਲੋਂ ਬਣਾਏ, ਤਾਂ ਜੋ ਮੈਨੂੰ ਲੋਕੀ ਗੁਰੂ ਸਾਹਿਬ ਦਾ ਰੂਪ ਆਖਣ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਗ੍ਰੰਥਾਂ ਨੂੰ ਇਕੱਤਰ ਕੀਤਾ, ਉਹਨਾਂ ਵਿੱਚੋਂ ਸਾਰੰਸ਼ ਸਿਧਾਂਤ ਕੱਢਿਆ, ਤੇ ਅੱਜ ਦੇ ਦਿਨ ਉਹ ਸਾਰਾ ਗ੍ਰੰਥ ਦਾ ਸੰਕਲਨ ਕਰਕੇ ਰਾਮਸਰ ਸਾਹਿਬ ਦੀ ਪਾਵਨ ਧਰਤੀ ਤੇ ਲਿਖਿਆ।
बाबा मोहन जी वालों पोथियां लियांदियां गईयां 68 घाट ते सजाईयां गईयां रात भर संगतां ने कीर्तन कीता जिस खड़े ते अजकल लोग कबूतरां ते फोटोआं दे शौकीन ने धंधनी बेरी दे नाल ओ पावन स्थान 68 घाट रात भर उत्थे पोथियां सुभाएमान होईयां गुरु अर्जन देव पातशाह ते बाबा बुड्ढा जी सारी रात चौर सहब करते रहे। फिर अगला समा आया ग्रंथ का संकलन किया गया फिर रामसर साहब तो नगर कीर्तन के रूप दे विच ओ आदि ग्रंथ जी सचखंड श्री हरमंदर साहब लेके आए। सब तो पहला बाबा बुड्ढा जी नूं हुक्म होया तुसी ताबिया बैठो। हुक्म कीता बुड्ढा जी अब खोलो ग्रंथ लेहो आवाज सुने सब पंथ। बाबा बुड्ढा जी तुसी आवाज लो हुक्म लो सारा पंथ सुनेगा। अदब सहित गुरु ग्रंथ को खोला लेते आवाज बुड्ढा मुख बोला। बड़े अदब दे नाल बाबा बुड्ढा जी ने कहते उस ग्रंथ का प्रकाश किया ते आवाज आई सूही राग दे विचों संतां के कारज आप खलोया हर काम करावण आया। तरत सुहावी ताल सुहावा विच अमृत जल छाया। पहला प्रकाश अज दे दिन सचखंड श्री हरमंदर साहब की पावन सरजमी ते होया। अज बेअंत संगतां सुपुरब नूं मना रहीआं ने थां थां उत्ते हर थां धन गुरु अर्जन देव पातशाह जी ने उस बाणी नूं लिखाया सी ते इशारा गुरु नानक साहब महाराज कर रहे हैं। कहते साडा सिख आएगा ये विद्या सतगुरां तक पहुंचा दिओ ते राजे शिवनाभ ने अपने वल्लों कोशिश की सी। वेखो अज जिथे सतगुरां दा प्रकाश होगा उत्थे सुभाविक ही प्रसंग हो चलदा है जदों गुरु नानक साहब महाराज इशारा करदे आ भी साडा एक सिख लैना है ये ग्रंथ उन्हां नूं सौंप दिता जावे। चिरंकाल पुन कीन बसेरा भयो स्वदेश निहाल कनेरा। बड़ा लंबा समा सतगुरां ने संगला दीप दे विच बतीत कीता। श्रीलंका दे विच साइलम दा इलाका सी कैपिटल सिटी उत्थों राजे शिवनाथ कोल सतगुर रहे। बड़ियां लोकां नूं गुरु साहब ने सिੱਖੀ दा उपदेश बख्शिया पर भाई बाला जी कहंदे ग्रंथ दा आकार वधन करके मैं सारे दा जे विस्तार करां ते सदियां लग जाणगीਆਂ। किथे किथे मर्द श्रीलंका विच वरतिया जो धार्मिक स्थान प्रगट हो रहे। किन्ना लंबा समा सतगुरां ने इत्थे तकरीबन महीना डेढ़ महीना मर्द ने बिताया। जिथे गुरु साहब ने एक महीना कटिया होगा जी उत्थे किड्डे किड्डे प्रसंग होणगे किड्डियां किड्डियां खेडां वरतियां होणगीਆਂ। लोड़ है इन्हां दी खोज करन दी। जदों सतगुरां ने वेख्या वक्त भी हुण ते समा बहुत हो गया राजे शिवनाथ नूं कोल बुला के गुरु साहब कहंदे राजन हुण वक्त आ गया सानू भी आज्ञा दे दिओ। भगत जोग हथ जोग सो देऊ किए पर पक भूप मन सो। राजे दा मन सतगुरां ने भगत योग नाल परपक कीता ते दस दिता भी कस योग सिखा तेरे वास्ते नहीं। उठे लटकना प्राणायाम करना धारना समाधि ध्यान लाउना ये सिख दा काम थोड़ी है। सतगुरां ने सानू कितना सौखा राह देता। सिखा सवेरे उठिया कर बाणी पढ़िया कर नाम जपिया कर सेवा करिया कर जीवन में चंगे कर्म करो परमात्मा तेरी जिंदगी तेरे परिवार च वरतू। किथे महाराज ने सानू कहा भी जंगलों नूं जाया कर तीर्थां ते फिरिया कर घर बार छड्ड दे घरे डांगा चुकिया कर सन्यासी बनया कर किया किते कहंदे नहीं परमात्मा तैनू विचे परिवार दे मिलेगा तू इत्थे ही बन गया। राजे नूं भगत योग योग नाम हुंदा जुड़न दा भगती दा रस्ता दे के सतगुर कहंदे राजन हुण तू फलदार वृक्ष हो गया है ये उपदेश अगे वड सकदा है। सिखी प्रगटे देश मझारे श्री सतगुर को जाप उचारे। सतनाम वाहिगुरु दा जाप सिमरन सतगुरां ने राजे नूं बख्शिया ते राजे नूं हुक्म कीता ए मंत्र तू अपनी संगत ते अपने लोकां ते प्रजा नूं दे सक। राजा बड़ा खुश होया क्योंकि रब दे प्यारे आप जपै अपने नाम जपै। गुरु ने अथॉरिटी दित्ती है सिखा जे तू नाम आप जपदा दूजे नूं जपा सकदा है तेरे कोले मार्ग है। राजा बड़ा खुश है रानी चंदकला बड़ी खुश है पर एक गल का दुख है भी सतगुर आज्ञा लेके चले
ਹੁਣ ਛੱਡ ਕੇ ਜਾਵਣਗੇ। ਭਾਸ਼ਿਵ ਨਾਭ ਅਧਿਕ ਪਰਤਾਪਾ ਚੜ ਕਰ ਸਭ ਸਤਰਨ ਕੋ ਖਾਪਾ। ਫਿਰ ਸਤਿਗੁਰਾਂ ਨੇ ਰਾਜੇ ਸ਼ਿਵਨਾਭ ਦੇ ਸਿਰ ਤੇ ਹੱਥ ਰੱਖਿਆ। ਰਾਜੇ ਦੇ ਉੱਤੇ ਐਸੀ ਕਿਰਪਾ ਗੁਰੂ ਸਾਹਿਬ ਦੀ ਹੋਈ, ਕਹਿੰਦੇ ਚਿਹਰੇ ਦਾ ਰੰਗ ਲਾਲ, ਰਾਜ ਭਾਗ ਦਾ ਖਿਆਲ ਹੀ ਮਨ ਚੋਂ ਵਿਸਰ ਗਿਆ। ਆਪਣੇ ਆਪ ਨੂੰ ਨਿਮਾਣਾ ਸਿੱਖ ਸਮਝਦਾ ਹੈ ਤੇ ਹੁਕਮ ਮਰਦ ਨੇ ਕੀਤਾ, ਜੋ ਚੜ ਕੇ ਆਊ ਸੋ ਲੈ ਕੇ ਜਾਓ। ਕਹਿੰਦੇ ਰਾਜੇ ਸ਼ਿਵਨਾਭ ਨੇ ਜੰਗ ਯੁੱਧ ਬੰਦ ਕਰ। ਕੋਈ ਸਮਾਂ ਸੀ ਕਿ ਟਾਪੂਆਂ ਤੇ ਲੋਕ ਲੁਟੇਰੇ ਚੜ ਕੇ ਆਉਂਦੇ ਸੀ, ਲੁੱਟਣ ਆ ਜਾਂਦੇ ਸੀ। ਐਸੀ ਕਲਾ ਸ਼੍ਰੀਲੰਕਾ ਵਿੱਚ ਵਰਤੀ। ਕਹਿੰਦੇ ਰਾਜਾ ਸ਼ਿਵਨਾਭ ਰੱਬ ਰੂਪੀ ਹੋ ਗਿਆ, ਕਿਸੇ ਨਾਲ ਵੈਰ ਕਮਾਉਂਦਾ ਨਹੀਂ। ਧਰਮਸਾਲ ਮੇ ਦੇਗ ਬਿਸਲਾ ਕਰਵਾਵੇ ਸਤਿਗੁਰ ਕਿਰਪਾਲਾ। ਤੇ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਰਾਜੇ ਨੂੰ ਉਹ ਪਰਪੱਕ ਕੀਤਾ ਵੀ ਧਰਮਸ਼ਾਲਾ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਤੇ ਲੰਗਰ ਤਿਆਰ ਕਰਨਾ ਹੈ। ਇਹ ਚੱਤੋ ਪੈਰ ਚੱਲਦਾ ਰਹੇ। ਆਪਾਂ ਆਮ ਸੁਣਦੇ ਆ ਨਾ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪਹਿਲੇ ਪੰਗਤ ਪਾਛੇ ਸੰਗਤ ਚਲਾਈ। ਸੁਣਦੇ ਆ ਲੰਗਰ ਨਹੀਂ ਚਲਾਇਆ ਗੁਰੂ ਅਮਰਦਾਸ ਪਾਤਸ਼ਾਹ ਨੇ, ਪੰਗਤ ਤੇ ਸੰਗਤ ਦੀ ਰੀਤ ਚਲਾਈ ਆ ਵੀ ਪਹਿਲਾਂ ਪੰਗਤ ਵਿੱਚ ਬੈਠਣਾ ਤੇ ਫੇਰ ਸੰਗਤ। ਪਹਿਲਾਂ ਕਿਉਂ ਬੈਠਣਾ ਹੈ? ਭਾਵ ਪੰਗਤ ਪਹਿਲਾਂ ਨਹੀਂ ਸੀ। ਤਰਤੀਬ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ੀ। ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਜਾਂਦੇ ਸੀ ਉਪਦੇਸ਼ ਬਖਸ਼ਦੇ ਸੀ, ਭਾਈ ਖਾਵੋ ਖਰਚੋ ਰਲ ਮਿਲ ਭਾਈ, ਟੁੱਟਣਾ ਆਵੇ ਵਾਧੋ ਚਾਹੀ। ਰਾਜੇ ਨੂੰ ਹੁਕਮ ਕੀਤਾ ਲੰਗਰ ਚਲਾਉਣਾ ਹੈ, ਭੋਜਨ ਛਕਾਉਣਾ ਹੈ ਤੇ ਇੱਥੇ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਅਰਦਾਸ ਕਰਕੇ ਸੰਗਤ ਵਿੱਚ ਵਰਤਾਉਣੀ ਹੈ। ਮਨ 21 ਜਿਹ ਲੋਨ ਮਿਲਾਏ ਇਤੋ ਆਹਾਰ ਹੋਈ ਸਭ ਖਾਏ। ਹੁਕਮ ਕਿੱਡਾ ਵੱਡਾ ਸੀ। ਸਤਿਗੁਰ ਕਹਿੰਦੇ 21 ਮਣ ਲੂਣ ਜਿੰਨੇ ਭੋਜਨ ਵਿੱਚ ਪਾ ਕੇ ਵਰਤਾਇਆ ਜਾਏ ਨਾ। ਹੁਣ ਵੇਖੋ 21 ਮਣ ਲੂਣ ਕਿੰਨਿਆਂ ਕੋਲ ਆਊਗਾ। ਕਿਸੇ ਨੇ 40 ਸੇਰ ਦਾ ਮਣ ਮੰਨਿਆ, ਕਿਸੇ ਨੇ 16 ਸੇਰ ਦਾ ਮੰਨਿਆ। ਕਹਿੰਦੇ ਉਹ ਹਜ਼ਾਰਾਂ ਲੋਕਾਂ ਦਾ ਭੋਜਨ ਤਿਆਰ ਹੁੰਦਾ ਹੋਏਗਾ। ਕਹਿੰਦੇ ਐਨੇ ਲੋਕ ਰੋਜ਼ ਆ ਕੇ ਰਾਜੇ ਦੇ ਇਸ ਧਰਮਸ਼ਾਲਾ ਵਿੱਚ, ਇਸ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ। ਇੱਥੇ ਪੰਗਤ ਸੰਗਤ ਦਾ ਇੱਕੋ ਵਿਧਾਨ ਚੱਲਿਆ ਏ। ਨਾ ਕਿਸੇ ਦੀ ਜਾਤ, ਨਾ ਕਿਸੇ ਦਾ ਧਰਮ, ਨਾ ਕਿਸੇ ਦਾ ਮਜ਼ਹਬ, ਨਾ ਕਿਸੇ ਦੀ ਕੌਮ ਵੇਖੀ ਜਾਂਦੀ ਹੈ। ਰਾਜਾ ਆਪ ਇਸ ਸੰਗਤ ਵਿੱਚ ਸੇਵਾ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਮਰ ਕਸਾ ਕਰਕੇ ਲੰਗਰ ਦੀ ਪ੍ਰਥਾ ਆਪ ਚਲਾਉਂਦੇ ਨੇ। ਕੀਰਤਨ ਸਤਨਾਮ ਕੋ ਹੋਵੇ ਜੋ ਭੋਜਨ ਮਨ ਕਲਮਲ ਖੋਵੇ। ਪਾਪਾਂ ਨੂੰ ਕੱਟਣ ਵਾਲਾ ਪਰਮੇਸ਼ਰ ਦਾ ਨਾਮ ਸਿਮਰਨ ਸਤਨਾਮ ਵਾਹਿਗੁਰੂ ਕਹਿੰਦੇ ਰੋਜ਼ ਸੰਗਤ ਵਿੱਚ ਗਾਇਆ ਜਾਂਦਾ ਹੈ। ਤੁਰਦੇ ਫਿਰਦੇ ਭੋਜਨ ਵਰਤਾਉਂਦੇ ਸੇਵਾ ਕਰਦੇ ਸੰਗਤਾਂ ਜਪਦੀਆਂ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਗੁਰੂ ਸਾਹਿਬ ਆਪ ਜਪ ਕੇ ਸਿਖਾ ਰਹੇ। ਆਪ ਮਰਦ ਨੇ ਪਿਉਣ ਲਾਈ ਹੈ ਸ਼੍ਰੀਲੰਕਾ ਦੇ ਵਿੱਚ ਸਿੱਖੀ ਦੀ। ਕਹਿੰਦੇ ਕੜਾ ਪ੍ਰਸ਼ਾਦ ਦੋਨੋਂ ਵੇਲੇ ਬਣਿਆ ਕਰੇ। ਰਾਜਾ ਆਪ ਗਲ ਪੱਲਾ ਪਾ ਕੇ ਸਿੱਖ ਬਣ ਕੇ ਦੋਨੋਂ ਵੇਲੇ ਅਰਦਾਸ ਕਰਦਾ ਏ। ਦਿਨ ਪ੍ਰਤ ਚਲਨ ਚਹਿਤ ਜਗਤੀਸ਼ਾ ਕਰੇ ਭਾਉ ਬਹੁ ਰਖੈ ਨਰੇਸ਼ਾ। ਜਦੋਂ ਵੀ ਸਤਿਗੁਰ ਜਾਣ ਦੀ ਕੋਸ਼ਿਸ਼ ਕਰਦੇ ਆ ਰਾਜਾ ਬੇਨਤੀ ਕਰਕੇ ਮੁਹਲਤ ਮੰਗ ਲੈਂਦਾ ਹੈ। ਕਹਿੰਦਾ ਮਰਦ 1 ਦਿਨ ਹੋਰ, 2 ਦਿਨ ਹੋਰ, 4 ਦਿਨ ਹੋਰ। ਬੜਾ ਲੰਮਾ ਸਮਾਂ ਚੱਲਦਾ ਰਿਹਾ। ਸਤਿਗੁਰੂ ਦੇ ਪ੍ਰੇਮ ਅੱਗੇ ਝੁਕ ਜਾਂਦੇ ਆ। ਜਦ ਵੀ ਹੱਥ ਜੋੜ ਚਰਨ ਫੜ ਕੇ ਰੋਕ ਲੈਂਦਾ ਏ। ਪਰ ਕਹਿੰਦੇ 1 ਦਿਨ ਸਮਾਂ ਉਹ ਆ ਗਿਆ। ਮਰਦ ਕਹਿੰਦੇ ਰਾਜਨ ਹੁਣ ਤੇ ਬਹੁਤ ਸਮਾਂ ਹੋ ਗਿਆ, ਅਸੀਂ ਜਾਣਾ ਚਾਹੁੰਦੇ ਆ, ਸਾਨੂੰ ਹੁਣ ਰੋਕੋ ਨਾ। ਕਰੀ ਪਰ ਭਕ ਸਿੱਖੀ ਕੀ ਰੀਤਾ ਨਿਤ ਪ੍ਰਤ ਵਧੈ ਭਜਨ ਮਹਿ ਪ੍ਰੀਤਾ। ਇੱਥੇ ਸੰਗਤਾਂ ਤੇ ਲੋਕਾਂ ਦੇ ਵਿੱਚ ਭਜਨ ਦੀ ਪ੍ਰੀਤ ਵੱਧ ਗਈ। ਕਰਮ ਕਾਂਡ ਪਖੰਡ ਲੋਕਾਂ ਨੇ ਛੱਡ ਦਿੱਤਾ। ਨਾ ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਨਾ ਕੋਈ ਟੱਲੀਆਂ ਵਜਾਉਂਦਾ ਹੈ। ਸੱਚੇ ਪੱਕੇ ਲੋਕ ਹੋ ਗਏ। ਨਾ ਕੋਈ ਵਰਤ ਰੱਖਦਾ, ਨਾ ਕੋਈ ਭੁੱਖਾ ਰਹਿੰਦਾ। ਕਹਿੰਦੇ ਰੱਜ ਕੇ ਰੋਟੀ ਖਾਂਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ। ਤੇ ਰਾਜਾ ਸ਼ਿਵਨਾਭ ਰਾਜ ਸਿੰਘਾਸਣ ਤੋਂ ਬਹਿਣੋਂ ਹਟ ਗਿਆ। ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਤਸਵੀਰ ਰੱਖ ਦਿੱਤੀ। ਉਹਨੇ ਸੇਵਕ ਬਣ ਕੇ ਸੇਵਾ ਕਰਦਾ ਹੈ। ਕਹਿੰਦੇ ਐਸੀ ਸੇਵਾ ਪਰਜਾ ਸੁਖੀ ਰਹਿਣ ਲੱਗੀ। ਕਿਸੇ ਨੂੰ ਚੰਗਾ ਨਹੀਂ, ਕਿਸੇ ਨੂੰ ਮਾੜਾ ਨਹੀਂ। ਉਸ ਸਮੇਂ ਦੌਰਾਨ ਨਾ ਤੇ ਕੋਈ ਚੋਰੀ ਹੁੰਦੀ ਹੈ, ਨਾ ਕੋਈ ਡਾਕਾ ਵੱਜਦਾ ਹੈ, ਨਾ ਕੋਈ ਲੜਾਈ ਹੈ। ਕਿਉਂਕਿ ਜੇ ਰਾਜਾ ਵੈਰੀ ਹੋਏਗਾ ਤੇ ਲੋਕ ਵੈਰੀ ਬਣਨਗੇ। ਰਾਜਾ ਜਦੋਂ ਪਰਜਾ ਤੇ ਪਾਪ ਕਰੇਗਾ ਤੇ ਪਰਜਾ ਤੇ ਫਿਰ ਰਾਜਿਆਂ ਨੂੰ ਪਲਟਾਊ। ਤੇ ਜਦੋਂ ਰਾਜਾ ਸ਼ਾਂਤ ਹੋ ਕੇ ਪਰਜਾ ਤੇ ਸਾਰੇ ਕਾਰਜ ਪੂਰੇ ਕਰਦਾ, ਰੱਬ ਰੱਬ ਕਰਦਾ,
ਤੇ ਪ੍ਰਜਾ ਕਹਿੰਦੀ ਸਾਡਾ ਰਾਜਾ ਰੱਬ ਹੈ, ਰੱਬ ਵਰਗਾ ਹੈ। ਕਰਿਓ ਗਿਆਨ ਮਹਿ ਪੂਰਨ ਰਾਓ, ਸ਼੍ਰੀ ਨਾਨਕ ਜੀ ਦਿਆਲ ਸੁਭਾਉ। ਇੱਕ ਦਿਨ ਬੈਠੇ ਸਹਿਜ ਸੁਭਾਅ ਸਤਿਗੁਰ ਇੰਨੇ ਦਇਆਲੂ ਹੋਏ, ਰਾਜੇ ਨੂੰ ਮਰਦ ਨੇ ਉਠਾ ਲਿਆ ਭਰੀ ਸਭਾ ਚ, ਧਰਮਸ਼ਾਲਾ ਚ ਬੈਠਦੇ ਆ, ਰੋਜ਼ ਸੰਗਤ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਭਾਈ ਅੱਜ ਤੋਂ ਇਸ ਰਾਜੇ ਨੂੰ ਕਿਸੇ ਨੇ ਰਾਜਾ ਨਹੀਂ ਸਮਝਣਾ। ਇਹ ਬੜੀ ਵੱਡੀ ਗੱਲ ਹੈ। ਇੱਥੇ ਤੇ ਭੁੱਖਾ ਮਰਦਾ ਬੰਦਾ ਵੀ ਕਹਿੰਦਾ ਮੈਨੂੰ ਪ੍ਰਧਾਨ ਸਾਹਿਬ ਕਹੋ, ਘਰੇ ਰੋਟੀ ਪੱਕੇ ਨਾ ਪੱਕੇ ਮੈਨੂੰ ਜਥੇਦਾਰ ਕਹੋ, ਮੈਨੂੰ ਸਲਾਮ ਕਰੋ। ਪਰ ਇੱਕ ਰਾਜੇ ਦੇ ਤਾਂ ਹੀ ਕਹਿਣਾ ਇਹ ਰਾਜਾ ਨਹੀਂ, ਇਹ ਧਰਮਾਤਮਾ ਹੈ। ਕੋਈ ਵਿਰਲਾ ਹੀ ਜਿਗਰਾ ਕਰਦਾ ਹੋਊਗਾ, ਕਿੰਨਾ ਖੁਸ਼ ਹੈ ਰਾਜਾ। ਇੱਥੇ ਤੇ ਅੱਜ ਕੱਲ ਜਿਹੜੇ ਸਾਧ ਤੁਰੇ ਫਿਰਦੇ ਪਖੰਡੀ, ਉਹ ਨੰਬਰ ਪਲੇਟਾਂ ਵੇਖਿਆ ਕਰੋ ਉਹਨਾਂ ਦੇ 0001 0002, 5-5 7-7 ਲੱਖ ਦਾ ਤੇ ਗੱਡੀ ਦਾ ਨੰਬਰ ਲਈ ਫਿਰਦੇ ਆ, 2-2 ਲੱਖ ਮੋਬਾਈਲ ਦਾ ਨੰਬਰ। ਕਿਹੜੇ ਪਾਸੇ ਸਾਧ ਹੋਣਾ ਹੈ? ਵੇਖੋ ਰਾਜਾ, ਇਹ ਰਾਜਾ ਹੀ ਧਰਮਾਤਮਾ ਬਣ ਗਿਆ ਹੈ, ਪਰਮਾਤਮਾ ਬਣ ਗਿਆ। ਗੁਰੂ ਸਾਹਿਬ ਨੇ ਭਰੀ ਸੰਗਤ ਵਿੱਚ ਉਠਾ ਕੇ ਰਾਜੇ ਦੇ ਪਰਥਾਏ ਬੜੇ ਪਿਆਰੇ ਬਚਨ ਆਖੇ ਨੇ। ਮੋਹਰੋ ਮੰਜੇ ਪਰ ਬੈਸਾਰਾ, ਕੀਓ ਪੂਜਤੇ ਦੇਸ਼ ਮਯਾਰਾ। ਜਿਸ ਆਸਣ ਤੇ ਸਤਿਗੁਰ ਜੀ ਆਪ ਬੈਠੇ ਸੀ, ਅੱਜ ਰਾਜੇ ਨੂੰ ਉਸ ਪਲੰਘੇ ਤੇ ਧਰਮਸ਼ਾਲਾ 'ਚ ਬਿਠਾਇਆ। ਬਿਠਾ ਕੇ ਗੁਰੂ ਬਾਬਾ ਜੀ ਨੇ ਦਸਤਾਰਬੰਦੀ ਕੀਤੀ ਰਾਜੇ ਨੂੰ। ਦਸਤਾਰਬੰਦੀ ਭਾਵ ਕੀ ਹੈ? ਸਤਿਗੁਰ ਕਹਿੰਦੇ ਅੱਜ ਤੋਂ ਇਹ ਸਾਡਾ ਪਿਆਰਾ ਹੈ, ਇਹਨੂੰ ਅਸੀਂ ਮੰਜੀ ਥਾਪ ਕੇ ਚੱਲੇ ਆ। ਮੰਜੀ ਤੋਂ ਭਾਵ ਇੱਕ ਜਥੇਦਾਰੀ, ਤਾਂ ਜੋ ਇਸ ਇਲਾਕੇ ਦੀ ਜਿੰਨੀ ਸਿੱਖੀ ਹੋਏਗੀ ਸਾਰੀ ਇਸ ਰਾਜੇ ਤੋਂ ਰੰਗ ਹੋਏਗੀ। ਰਾਜੇ ਦਾ ਹੁਕਮ ਜੋ ਹੋਏਗਾ ਸਿਰ ਮੱਥੇ ਹੋਏਗਾ, ਗੁਰੂ ਬਾਬਾ ਜੀ ਦਾ ਹੁਕਮ ਹੋਏਗਾ। ਰਾਜਾ ਕਹਿੰਦਾ ਮਰਦ ਮੈਨੂੰ ਸੇਵਕ ਰਹਿਣ ਦਿਓ। ਸਤਿਗੁਰ ਕਹਿੰਦੇ ਨਹੀਂ, ਸੇਵਕ ਕਹੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਅੱਜ ਉਸ ਪਰਮ ਪਦ ਤੇ ਰਾਜਾ ਸ਼ਿਵਨਾਭ ਬੈਠਾ। ਰਾਜੇ ਦੇ ਜਿੰਨੇ ਵਜ਼ੀਰ ਸਨ, ਰਾਣੀਆਂ ਸਨ, ਜਿੰਨੇ ਸਿਪਾਹੀ ਸਨ, ਉਹਦੇ ਸੈਨਾਪਤੀ ਸਨ, ਸਭ ਨੇ ਚਰਨੀ ਮੱਥਾ ਟੇਕਿਆ। ਮਰਦ ਕਹਿੰਦੇ ਅੱਜ ਤੋਂ ਬਾਅਦ ਰਾਜਾ ਜੋ ਹੁਕਮ ਕਰੇ ਸਾਡਾ ਹੁਕਮ ਜਾਣਨਾ ਏ। ਆਪ ਗਵਨ ਕੀ ਕੀਨੀ ਤਿਆਰੀ, ਚਹਿਤ ਨਾ ਬਿਸਰਿਓ ਨਿਰਪ ਬਿਰਹੁ ਭਾਰੀ। ਹੁਣ ਸਤਿਗੁਰਾਂ ਨੇ ਭਰੀ ਸੰਗਤ ਵਿੱਚ ਰਾਜੇ ਤੋਂ ਆਗਿਆ ਮੰਗੀ, ਰਾਜੇ ਨੂੰ ਜ਼ਿੰਮੇਵਾਰੀ ਦੇ ਦਿੱਤੀ, ਭਾਈ ਅੱਜ ਤੋਂ ਬਾਅਦ ਸਿੱਖੀ ਦਾ ਮੁੱਢ ਸ਼੍ਰੀਲੰਕਾ ਵਿੱਚ ਤੂੰ ਸੰਭਾਲਣਾ ਹੈ। ਕਹਿੰਦਾ ਜੀ ਸਭ ਕੁਝ। ਗੁਰੂ ਸਾਹਿਬ ਕਹਿੰਦੇ ਸੰਗਤ ਨੂੰ ਕਿਸੇ ਦੀ ਅਰਦਾਸ ਨਾ ਪੂਰੀ ਹੋਵੇ, ਕਿਸੇ ਦੀ ਮਨ ਦੀ ਇੱਛਾ ਪੂਰੀ ਨਾ ਹੋਵੇ, ਇਸ ਰਾਜੇ ਨੂੰ ਸਾਡਾ ਰੂਪ ਸਮਝ ਕੇ ਮੱਥਾ ਟੇਕ ਮੰਨ ਲਏ। ਕਿਆ ਬਾਤ, ਕਿੱਡਾ ਵੱਡਾ ਜਿਗਰਾ ਹੋਣਾ ਉਸ ਰਾਜੇ ਦਾ, ਜਿਹਨੇ ਆਪਾ ਹੀ ਗੁਰੂ ਨੂੰ ਸੌਂਪ ਦਿੱਤਾ, ਗੁਰੂ ਵਰਗਾ ਹੀ ਹੋ ਗਿਆ। ਉਸ ਵੇਲੇ ਸਾਰੀ ਪ੍ਰਜਾ ਨੇ ਆਪਣੇ ਰਾਜੇ ਨੂੰ ਗੁਰੂ ਦਾ ਰੂਪ ਮੰਨਿਆ ਤੇ ਉਹ ਰੂਪ ਬਣ ਕੇ ਵੀ ਰਿਹਾ ਹੈ। ਉਹਨੇ ਕਦੇ ਕਰਾਮਾਤ ਨਹੀਂ ਵਿਖਾਈ, ਉਹ ਬੜਾ ਤਿਆਗੀ ਹੋ ਗਿਆ ਸੀ, ਇੱਕ ਕਫਣੀ ਗਲ ਪਾ ਕੇ ਰੱਖਦਾ ਸੀ ਰਾਜਾ ਹੋ ਕੇ, ਕਦੀ ਉਹ ਹੁਕਮ ਨਹੀਂ ਸੀ ਸੁਣਾਉਂਦਾ। ਜਿਸ ਪਲੰਘੇ ਤੇ ਮਰਜ ਬਿਠਾ ਕੇ ਗਏ ਆ, ਸਾਰੀ ਜ਼ਿੰਦਗੀ ਉਸ ਪਲੰਘੇ ਤੇ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ, ਸੰਗਤ ਵਿੱਚ ਬੈਠ ਕੇ ਭਜਨ ਬੰਦਗੀ ਕਰਦਾ ਏ। ਕਮਲ ਬਦਨ ਪੁਨ ਬਚਨ ਬਖਾਨੋ, ਸੁਨ ਰਾਜਨ ਭੋ ਭਰਮ ਸਿਆਨੋ। ਜਿਸ ਵੇਲੇ ਰਾਜਾ ਸਤਿਗੁਰਾਂ ਦੇ ਵਿਯੋਗ ਵਿੱਚ ਰੋਇਆ, ਕਹਿੰਦਾ ਮਰਜ ਮੈਂ ਆਪ ਜੀ ਨੂੰ ਜਾਣ ਨਹੀਂ ਦੇਣਾ। ਗੁਰੂ ਸਾਹਿਬ ਆਖਣ ਲੱਗੇ ਰਾਜਨ ਭਰਮ ਤਿਆਗ, ਤੇਰੇ ਮੇਰੇ ਫਰਕ ਕੀ ਹੈ? ਜਦ ਤੇਰੇ ਮੇਰੇ ਵਿੱਚ ਫਰਕ ਨਹੀਂ ਤੇ ਤੂੰ ਮੈਨੂੰ ਤੇ ਮੈਂ ਤੈਨੂੰ ਰੋਕਣ ਵਾਲਾ ਕੌਣ ਹਾਂ? ਖੋ ਸਤਨਾਮ। ਇਹਦੀ ਉਦੋਂ ਆ ਨਾ ਵੀ ਤੂੰ ਰੁਕ ਜਾ, ਮੈਂ ਤੈਨੂੰ ਰੋਕਣਾ ਜਦੋਂ ਮੇਰਾ ਕੁਝ ਹੈ ਤੇ ਤੇਰਾ ਕੁਝ ਹੈ। ਸਤਿਗੁਰ ਕਹਿੰਦੇ ਤੇਰੇ ਮੇਰੇ 'ਚ ਫਰਕ ਹੀ ਕੋਈ ਨਹੀਂ, ਮੈਨੂੰ ਰੋਕੇਗਾ ਕਿੱਥੇ ਕਿੱਥੇ? ਮੈਂ ਤੇ ਹਰ ਥਾਂ ਤੇ ਆ। ਰਾਜਨ ਤੇਰੇ ਹਿਰਦੇ ਵਿੱਚ ਵੀ ਆ, ਤੇਰੇ ਦੇਸ਼ ਵਿੱਚ ਵੀ ਆ, ਹਰ ਸਵਾਸ ਸਵਾਸ ਵਿੱਚ ਹਾਂ, ਹਰ ਕਣ ਕਣ ਦੇ ਵਿੱਚ ਹਾਂ। ਜਦ ਵੀ ਚੇਤੇ ਕਰੇ ਤੇਰੇ ਪਾਸ ਹੋਵਾਂਗੇ। ਅਬ ਤੁਝ ਪੂਰਨ ਭਇਓ ਬਬੇਕਾ, ਹਮ ਕਰਨੇ ਹੈ ਕਾਜ ਅਨੇਕਾ। ਜਦੋਂ ਸਤਿਗੁਰਾਂ ਨੇ ਬਚਨ ਆਖੇ, ਮਰਦ ਕਹਿੰਦੇ ਫੇਰ ਰਾਜਨ ਤੈਨੂੰ ਅੱਜ ਆਪਣਾ ਵਿਵੇਕ ਗਿਆਨ ਦੇ ਕੇ ਚੱਲੇ ਆ, ਤੇਰੇ ਮੇਰੇ 'ਚ ਫਰਕ ਹੀ ਕੋਈ ਨਹੀਂ, ਤੇ ਰੋਕ ਕਿਉਂ ਹੈ? ਇਹ ਸਮਝ ਆ ਗਈ ਨਾ ਵੀ ਸਾਡਾ ਤੁਹਾਡਾ ਕੁਝ ਵੀ ਨਹੀਂ, ਸਭ ਇੱਕੋ ਹੀ ਹੈ। ਮੈਂ ਤੂੰ ਹਾਂ ਤੇ ਤੂੰ ਮੈਂ ਹਾਂ। ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜਿੱਥੇ ਆਪ ਜੀ ਦੀ ਮੌਜ ਹੈ ਜਾ ਸਕਦੇ। ਗੁਰੂ ਬਾਬਾ ਜੀ ਨੇ ਕਿਹਾ ਸਾਨੂੰ ਬੜੇ ਕਾਰਜ ਨੇ,
ਜੀਵਨ ਛੋਟਾ ਹੈ, ਕਾਰਜ ਬਹੁਤ ਲੰਬੇ ਨੇ। ਰਾਜਨ ਤੂੰ ਆਪਣੇ ਦੇਸ਼ ਵਿੱਚ ਗੁਰੂ ਨਾਨਕ ਦੀ ਪਰਮਾਤਮਾ ਦੀ ਸਿੱਖੀ ਦਾ ਵਿਸਥਾਰ ਕਰ, ਇੱਕ ਅਕਾਲ ਪੁਰਖ ਦੇ ਨਾਮ ਦਾ ਛਿੱਟਾ ਦੇ, ਅਸੀਂ ਕਿਤੇ ਹੋ ਜਾਈਏ। ਇੰਨਾ ਵਚਨ ਕਹਿ ਕੇ ਸਤਿਗੁਰਾਂ ਨੇ ਸਤ ਕਰਤਾਰ ਆਖਿਆ। ਰਾਜੇ ਤੇ ਰਾਣੀ ਚੰਦ ਕਲਾ ਨੇ ਚਰਨਾਂ ਤੇ ਮੱਥਾ ਟੇਕਿਆ ਏ। ਧਰੋ ਧਿਆਨ ਮੈਂ ਸਦਾ ਸਮੀਪਾ, ਅਸ ਸੁਣ ਗਦ ਗਦ ਭਾਵਨੀਪਾ। ਧਰਮਸ਼ਾਲਾ ਵਿੱਚ ਖੜੇ ਖੜੇ ਸਤਿਗੁਰ ਕਹਿੰਦੇ ਸਾਡਾ ਧਿਆਨ ਤੁਸੀਂ ਧਰੋਗੇ, ਅਸੀਂ ਤੁਹਾਡਾ ਧਿਆਨ ਧਰਾਂਗੇ। ਇਹ ਪ੍ਰੇਮ ਹੈ, ਇਹਨੂੰ ਦੋ ਅੰਗੀ ਪ੍ਰੀਤੀ ਕਹਿੰਦੇ ਆ। ਇੱਕ ਅੰਗੀ ਪ੍ਰੀਤੀ ਤੇ ਚਕੋਰ ਦੀ ਚੰਦ ਨਾਲ, ਪਰ ਚੰਦ ਦਾ ਪਿਆਰ ਕੋਈ ਨਹੀਂ। ਚੱਕਵੇ ਦੀ ਸੂਰਜ ਨਾਲ ਪ੍ਰੀਤੀ ਹੈ, ਸੂਰਜ ਦਾ ਪਿਆਰ ਕੋਈ ਨਹੀਂ। ਪਤੰਗੇ ਦੀ ਅੱਗ ਨਾਲ ਪ੍ਰੀਤੀ, ਪਰ ਅੱਗ ਨੂੰ ਪਿਆਰ ਹੀ ਨਹੀਂ ਕਰਦੀ, ਸਾੜ ਦਿੰਦੀ ਹੈ। ਭੌਰਾ ਫੁੱਲ ਨੂੰ ਪਿਆਰ ਕਰਦਾ, ਫੁੱਲ ਦਾ ਪਿਆਰ ਕੋਈ ਨਹੀਂ। ਪਰ ਇੱਕ ਸਿੱਖ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਸਿੱਖ ਨੂੰ ਪਿਆਰ। ਗੁਰੂ ਬਾਬਾ ਜੀ ਇਸ ਧਰਮਸ਼ਾਲਾ 'ਚ ਭਾਈ ਬਾਲਾ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਆ। ਕਹਿੰਦੇ ਰਾਜੇ ਦੇ ਵਜ਼ੀਰ, ਸੈਨਾਪਤੀ, ਫੌਜਾਂ ਸਭ ਨਾਲ ਵਿਦਾਇਗੀ ਦੇਣ ਚੱਲੇ ਨੇ। ਸਰਬ ਪ੍ਰਕਾਰ ਦੀਨ ਤੇ ਧੀਰਾ, ਗਮਨ ਕੀਓ ਪੁਨ ਗੁਣੀ ਗਹੀਰਾ। ਧਰਮਸ਼ਾਲਾ ਤੋਂ ਵਿਦਾਇਗੀ ਲੈ ਕੇ ਰਾਜਾ, ਉਹਦੀ ਪ੍ਰਜਾ, ਉਹਦੇ ਲੋਕਾਂ ਨੂੰ, ਰਾਣੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਰੋਕ ਕੇ ਕਹਿੰਦੇ ਇਸ ਲਕੀਰ ਤੋਂ ਅੱਗੇ ਨਹੀਂ ਕਿਸੇ ਨੇ ਆਉਣਾ। ਸਮੁੰਦਰਾਂ ਦੇ ਕਿਨਾਰਿਆਂ ਵੱਲ ਸਤਿਗੁਰ ਗਏ। ਰਾਜਾ ਆਪਣੀ ਸੰਗਤ ਸਮੇਤ ਖੜਾ ਸਤਿਗੁਰਾਂ ਦੇ ਦੀਦਾਰ ਕਰਦਾ ਹੈ। ਗੁਰੂ ਬਾਬਾ ਜੀ ਤੁਰੇ ਜਾ ਰਹੇ ਨੇ, ਅੱਖਾਂ ਸਭ ਦੀਆਂ ਨਾਮ ਨੇ ਭਰੀਆਂ ਹੋਈਆਂ ਨੇ। ਚਲਦੇ ਚਲਦੇ ਗੁਣੀ ਗਹੀਰ ਪਾਤਸ਼ਾਹ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਅੱਖਾਂ ਤੋਂ ਓਲੇ ਹੋ ਗਏ। ਪੂਜਾ ਨਿਰਪ ਕੀ ਸ੍ਰੀ ਗੁਰ ਪਾਛੇ, ਸਰਬ ਦੇਸ਼ ਕਰਹੀ ਬਿਦ ਆਛੇ। ਸਤਿਗੁਰਾਂ ਦੇ ਅਲੋਪ ਹੋਣ ਤੋਂ ਬਾਅਦ ਜਦੋਂ ਸਤਿਗੁਰ ਜੀ ਇੱਥੋਂ ਚਲੇ ਗਏ ਸਰੀਰਕ ਤੌਰ ਤੇ, ਇੱਥੋਂ ਦੀ ਪ੍ਰਜਾ ਨੇ ਰਾਜੇ ਦੀ ਪੂਜਾ ਕੀਤੀ, ਰਾਜੇ ਦਾ ਸਤਿਕਾਰ ਕੀਤਾ, ਉਹਨੂੰ ਤਖਤ ਤੇ ਬਿਠਾਇਆ, 2 ਵੇਲੇ ਉਹਦੀ ਸੇਵਾ ਕਰਦੇ। ਕਿਉਂ? ਕਿਉਂਕਿ ਉਸ ਰਾਜੇ ਨੇ ਜੀਵਨ ਕਮਾਇਆ ਹੈ। ਉਸ ਰਾਜੇ ਨੇ ਗੁਰੂ ਨਾਨਕ ਨੂੰ, ਪਰਮਾਤਮਾ ਨੂੰ ਆਪਣਾ ਬਣਾ ਲਿਆ ਤੇ ਜਿਹੜਾ ਰੱਬ ਦਾ ਹੋ ਗਿਆ। ਜੇ ਤੂੰ ਮੇਰਾ ਹੋਇਆ ਹੈ ਸਭ ਜਗ ਤੇਰਾ ਹੋਏ। ਰੱਬ ਕਹਿੰਦਾ ਮੇਰਾ ਬਣ ਕੇ ਤੇ ਵੇਖ ਦੁਨੀਆ ਤੇਰੀ ਹੋ ਜੂਗੀ। ਕਹਿੰਦੇ ਰਾਜੇ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਜਾਂਦੀ ਹੈ। ਰਾਜੇ ਨੂੰ ਕੋਈ ਮਾਣ ਨਹੀਂ। ਉਹ ਜਿਹਨੇ ਰਾਜ ਭਾਗ ਛੱਡਤਾ ਉਹਦੇ ਲਈ ਆਹ ਚੀਜ਼ਾਂ ਕੀ ਨੇ? ਕਹਿੰਦੇ ਸੰਗਤ ਵਿੱਚ ਬਹਿ ਜਾਂਦਾ ਹੈ। ਧਰਮਸ਼ਾਲਾ ਦੋਨੇ ਵੇਲੇ ਉਹ ਨਿਤਨੇਮ, ਬੰਦਗੀ, ਸਿਮਰਨ ਜੋ ਉਸ ਵੇਲੇ ਦਾ ਰੂਟੀਨ ਸੀ, ਪੂਜਾ ਆਰਤੀ ਕਰਦਾ। ਦੋਨੋਂ ਵੇਲੇ ਕੜਾਹ ਪ੍ਰਸ਼ਾਦ ਬਣਾ ਕੇ ਰਾਜਾ ਸੰਗਤ ਨੂੰ ਬਾਣੀ ਸੁਣਾਉਂਦਾ ਹੈ, ਅਰਦਾਸ ਕਰਦਾ ਏ। ਹਰ ਵੇਲੇ ਪ੍ਰਸ਼ਾਦ ਨੂੰ ਭੋਗ ਲੱਗਦਾ ਏ। ਪਰ ਪਾਵਹਿ ਜੋ ਜਿਹ ਮਨ ਭਾਵਾ, ਕਰਹਿ ਸਦਾ ਸਤ ਸੰਗ ਸੁਹਾਵਾ। ਇੱਥੇ ਰਾਜਾ ਸਮੇਂ ਦਾ ਸੰਗਤਾਂ ਦੇ ਤਾਂ ਹੀ ਵਰ ਦਿੰਦਾ ਹੈ। ਕਹਿੰਦੇ ਜਿਹੜਾ ਬਚਨ ਕਹਿ ਦੇ, ਵਰ ਤੋਂ ਭਾਵ ਕੀ ਹੁੰਦਾ ਹੈ? ਸੁਭਾਵਕ ਕਿਹਾ ਪੂਰਾ ਹੋਣ ਲੱਗ ਗਿਆ। ਸਾਰੀ ਪ੍ਰਜਾ ਹੀ ਨਾਮ ਜਪਦੀ ਹੈ, ਸਾਰੀ ਸਿਮਰਨ ਕਰਦੇ ਆ। ਇੱਧਰ ਗੁਰੂ ਬਾਬਾ ਜੀ ਸਮੁੰਦਰਾਂ ਦੇ ਪਾਣੀਆਂ ਤੇ ਫੇਰ ਤੁਰੇ ਆ ਰਹੇ ਆ। ਅਲੋਪ ਹੋ ਕੇ ਸਮੁੰਦਰਾਂ ਦੇ ਪਾਣੀਆਂ ਤੇ ਇਦਾਂ ਜਾਂਦੇ ਜਿਵੇਂ ਕਿਸੇ ਪੁਲ ਤੇ ਤੁਰੇ ਜਾਂਦੇ ਆ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਜਾ ਰਹੇ ਨੇ, ਪਰ ਚੇਤੇ ਕਰਦੇ ਨੇ ਰਾਜੇ ਸ਼ਿਵਨਾਥ ਦਾ ਪਿਆਰ। ਉਸ ਰਾਜੇ ਨੇ ਆਪਾ ਹੀ ਖੋਤਾ ਗੁਰੂ ਲਈ, ਆਪਾ ਹੀ ਜਿਵੇਂ ਭੌਰਾ ਫੁੱਲ ਲਈ ਆਪਾ ਖੋ ਦਿੰਦਾ, ਜ਼ਿੰਦਗੀ ਵਾਰ ਦਿੰਦਾ ਨਾ। ਕਹਿੰਦੇ ਰਾਜੇ ਅੰਦਰੋਂ ਹਉਮੈ ਤੇ ਕੀ ਸੂਖਸ਼ਮ ਰਤੀ ਮਾਤਰ ਵੀ ਕਿਤੇ ਕਿਣਕਾ ਹਉਮੈ ਦਾ ਨਹੀਂ ਰਿਹਾ। ਉਹ ਰਾਜਾ ਗੁਰੂ ਗੁਰੂ ਜਪਦਾ, ਸਾਰੀ ਪ੍ਰਜਾ ਨਾਮ ਜਪਦੀ, ਸੇਵਾ ਕਰਦੀ ਹੈ। ਕਹਿੰਦੇ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜ੍ਹਦਾ ਹੈ, ਕਦੋਂ ਰਾਤ ਹੁੰਦੀ ਹੈ। ਕਈ ਵਾਰ ਉਸ ਪਲੰਗੇ ਕੋਲ ਬੈਠਾ ਬਰਾਗ 'ਚ ਆਉਂਦਾ ਹੈ, ਨੇਤਰ ਭਰ ਜਾਂਦੇ ਨੇ ਤੇ ਗੁਰੂ ਬਾਬਾ ਜੀ ਉਸ ਪਲੰਗੇ ਤੇ ਦੀਦਾਰ ਬਖਸ਼ਦੇ। ਰਾਜੇ ਨੂੰ ਰੋਜ਼ ਪ੍ਰਤੱਖ ਦਰਸ਼ਨ ਹੁੰਦੇ। ਸਤਿਗੁਰੂ ਕਹਿ ਕੇ ਗਏ ਸੀ, ਰਾਜਨ ਅਸੀਂ ਤੇਰੇ ਤੋਂ ਦੂਰ ਨਹੀਂ। ਸਵਈਆ ਦੇਸ਼ ਤਿਸੀ ਜਗਤੀਸ਼ ਗਏ ਜੈ, ਅੰਗਨਾ ਰਾਜ ਕਰੇ ਪੁਰ ਮਾਹੀ। ਜਦੋਂ ਚਲਦੇ ਚਲਦੇ ਸਤਿਗੁਰ ਜੀ ਫੇਰ ਬੰਦਰਗਾਹਾਂ ਤੇ ਆਏ। ਭਾਰਤ ਖੰਡ ਦੀ ਬੰਦਰਗਾਹ ਅਸਾਮ ਵਾਲੇ ਪਾਸੇ ਸਤਿਗੁਰ ਆ ਗਏ। ਇਹ ਉਹ ਇਲਾਕਾ ਜਿੱਥੇ ਪਹਿਲਾਂ ਵੀ ਆਏ, ਕਿਉਂਕਿ ਢਾਕਾ, ਬੰਗਾਲ, ਅਸਾਮ, ਇਹਨਾਂ 'ਚ ਗੁਰੂ ਬਾਬਾ ਜੀ ਨੇ ਫੇਰੀਆਂ ਪਾਈਆਂ, ਇੱਥੋਂ ਦੇ ਲੋਕਾਂ ਦਾ ਉਧਾਰ ਕੀਤਾ ਹੈ। ਕਿਉਂਕਿ ਅੱਜ ਵੀ ਸਤਿਗੁਰਾਂ ਦਾ ਇਤਿਹਾਸ ਡਿਸਕਵਰੀ ਨਹੀਂ ਪਿਆ, ਖੋਜ ਦੇ ਅਧੀਨ ਪਿਆ।
किड्डे वड्डे गुरु साहब के सफर ने। हुण जिथे मर्द जाते हैं जी, एक नगर में गए आ नेड़े के कई नगर सतगुर जाते सी। अज भी स्थान कुछ प्रगट ने, कुछ अलोप ने, कुछ प्रगट हो जाएंगे, पर साडे कोल सिर्फ इत्थे रौला ही रौला जी। असीं ते अपनी डांगो डांगी सिस्टम तो बाहर नहीं आए, सानू की पता लगना गुरु साहब ने किथे किथे की चोरी वरताए हुए हैं। अजे ये इतिहास प्रगट होएगा, पता नहीं इस इतिहास के किन्ने ग्रंथ लिखे जाएंगे जो उन्होंने इलाकों में स्थान प्रगट होंगे। अज भी प्रगट ने काफी स्थान चल के सतगुर जी असम के इलाके में आए, जिन्हों कहते त्रियाराज। इतने पहला भी आए जिथे औरतों का राज सी, मर्द गुलाम हैं। ये औरतां अपनी काम वासना के वास्ते बाहरों आए मर्दां नूं वरतदियां ने, रूप बदल बदल के होना। कहते गुरु साहब जो इस इलाके में आ गए, भाई बाला भाई मरदाना जी नाल, भाई मरदाना जी ने वेख्या भी इलाका तो उही है, आके गए हैं। ये इलाका है जिथे पहला भाई मरदाने नूं भेडू बना लिया सी, पर हुण सतगुरां दे नाल नाल रहिंदा है। उहनूं एतबार नहीं इत्थों दे लोकां नूं। किते कहंदा सी ना मर्द लोग बड़े सोहणे आ, मेला वेख आ, मर्द किते रहण दे, बाहरों ही सोहणे दलां दे काले आ। हुण नहीं क्या मर्द मैं मेला वेख आवां, लोग बड़े सोहणे आ। चुप चपीता भाई मरदाना रवाब मोटी रख, गुरु बाबा जी के पिछे पिछे कदम कदम चलदा ए। मैं मरदाना तो पश्चात, चले गुरु नानक के आगे सो जाही। गुरु नानक साहब महाराज हमेशा अगे अगे चलते। भाई बाला जी कहते असीं सतगुरां तो कुछ कदम पिछे रहने आ, ये सत्कार है सतगुरां। कदे ऐसा नहीं होया भी असी गुरु साहब तो अगे हो गए, सज्जे खबे हो गए, नहीं। कहते मर्द सानू आवाज मार के नाल रलाउंदे, असी जान के पिछे रहने आ भी एक बाबा काल रूप, दूजा रबाबी मरदाना। पहले नंबर ते गुरु नानक साहब महाराज हुंदे आ, सज्जे पासे भाई मरदाना क्योंकि रबाब बजाउंदे आ, खब्बे पासे भाई बाला मरदाना जी दे पिछे हुंदे। भावे के भाई बाला जी का रुतबा बहुत बड़ा है, पर वो रबाबी सिख का इन्ना सत्कार करते, उन्होंने गुरु साहब के बराबर रखने की कोशिश करते हैं। बराबर मित्र भी ने, प्यारे भी ने, संत भी ने, रब रूप भी हाना। तांबन सावन नाम जपावन, जावन करने आंग को नाही। हुण सतगुर जी इत्थे क्यों आए ने? भाई बाला जी कहते दंभ पखंड कट्टण वास्ते, नाम जपाउण वास्ते, क्योंकि जंतरा मंत्रा दी दुनिया दे लोग अज भी उलझे होए आ। जाके वेखो दुनिया दे विच, मैं कहना दुनिया इन्नी परेशान है, लोगों को समझ ही नहीं आती जवानी कदों लंघ गई, बुढ़ापा कदों लंघ गया, किस कारज वास्ते आए सी, 2 रोटियां खानियां खादियां, भटकदा फिरदा हर बंदा। रोटी हरेक खांदा है, पर सच्ची दसियो जी तसल्ली नाल बह के रब दा शुक्र करके खुश होके कौन खा रहा है कोई इदां दा? भावे 2 फुलके खावे, भावे खावे 4, पर हस के खिड़ के खुश होके खावे नहीं। रोटी नसीब हो रही है पर खानी नसीब नहीं हो रही। चित नहीं करता किसी का रोटी खाण नूं, भुख लगदी मजबूरी च खानी पैंदी है, मन बुरी आ रही है। उस वेले सतगुर जी इन्हां लोकां नूं तारन वास्ते, समझाउण वास्ते इस देश विच आए जिथों दे लोग अखां कट कट के पराए लोकां नूं वेखदे ये कौन ने, ये किथों आए ने। पावक सागर हीर अगा, कियो हर की रत सीत को ताही। मैं मर्द नूं अरदास कीती सतगुरु जी आ ते पावक अग दा सागर आ गया कि काम दी अग ही है। इत्थे दे लोग उलझे फिरदे हौमे हंकार दे विच। गुरु गरीब नवाज अपना पुल बना के सानू इत्थों उतार दिओ। ये पावक सागर अथाह लहर में है, तारो तारनहारे, तुसी आप तारन वाले हो, भव सागर को पार करन वाले हो। सानू इस कलयुग दी बला तो आप ही बचा के रखियो। पूरह तो पुर नार नरेशन, ताही के मद गए गत दानी। हुण सतगुर पहला नालों फर्क है। जिस इलाके च आए, हुण मर्ज उस इलाके च आए आसाम दे जिथे रानी राज करदी सी। रानी राजा नहीं सी, इत्थे मर्दां दा कोई राज नहीं, सिर्फ औरतां दा राज है। इत्थों दी रानी खुद जादूगर नहीं सी, जादूगर मैजिक करदी है, लोकां नूं बंदियां तो पशु, पशुआं तो बंदे बनाउंदी फिरदी। कला एक सतगुर जी उस इलाके में आए। हुण जिथों दी रानी पापण है, जिथों दी रानी इहो जिहे कर्म करदी है, ते फिर उस रानी दीयां जिहड़ियां अगे पटराणियां होणगीयां, साथना होणगीयां, वजीर होणगीयां,
ਤੇ ਫਿਰ ਮੈਂ ਕਹਿੰਦਾ ਉੱਥੋਂ ਦੇ ਤੇ ਸਿਪਾਹੀ ਵੀ ਮਾਣ ਨਹੀਂ ਹੋਣੇ। ਜਿੱਥੋਂ ਦੀ ਰਾਣੀ ਆਪ ਕਹਿੰਦੀ ਹੈ ਪਖੰਡ ਕਰੋ, ਭਰਮ ਫੈਲਾਓ, ਤੇ ਉੱਥੋਂ ਦੇ ਲੋਕਾਂ ਦਾ ਹਾਲ ਕੀ ਹੋਊਗਾ? ਜਿੱਥੋਂ ਦਾ ਰਾਜਾ ਕਰਪਟ ਹੋਵੇ ਉੱਥੋਂ ਦੀ ਪ੍ਰਜਾ ਤੇ ਆਸ ਰੱਖ ਸਕਦੇ ਹੋ ਤੁਸੀਂ? ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਕਰਪਟ ਨੇ, ਕਾਲੇ ਬਿੱਲਾਂ ਪਿੱਛੇ ਅਸੀਂ ਤੁਰੇ ਫਿਰਦੇ ਆ। ਤੇ ਫਿਰ ਜੇ ਵੇਖਿਆ ਜਾਵੇ ਬਿੱਲ ਪਾਸ ਕਿਉਂ ਹੋਏ, ਸਭ ਕੁਝ ਕਿਉਂ ਹੋਏ? ਕਿਉਂਕਿ ਸਾਡੇ ਕਰਪਟ ਨਾਲ ਰਲੇ ਹੋਏ ਨਾ, ਸਾਡੇ ਲੋਕ ਰਲੇ ਹੋਏ ਆ। ਸਾਡੇ ਲੋਕਾਂ ਨੇ ਸਾਰਾ ਕੁਝ ਆਪ ਰਲ ਕੇ ਕਰਾਇਆ ਹੁਣ ਜਿੱਦਾਂ ਕੁਛ ਵਿੱਚੋਂ ਹੀ ਸਾਰਾ ਕੁਝ। ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਉਸ ਰਾਜ ਵਿੱਚ ਆ ਗਏ ਜਿੱਥੇ ਲੋਕਾਂ ਦੇ ਵਿੱਚ ਕੁਝ ਹੁਕਮ ਨੇ, ਕੁਝ ਬੰਦਸ਼ਾਂ ਨੇ ਵੀ ਜੇ ਕੋਈ ਬਾਹਰ ਦਾ ਬੰਦਾ ਆਉਂਦਾ ਇਹੋ ਜਿਹਾ ਲਿਬਾਸ ਪਾ ਕੇ ਆਵੇ, ਆਹ ਕੰਮ ਨਾ ਕਰੇ, ਸਾਡੇ ਰਵਾਇਤਾਂ ਦੇ ਮੁਤਾਬਕ ਚੱਲੇ। ਕਿ ਸਾਡੀਆਂ ਰਵਾਇਤਾਂ ਹੁਣ ਜਦੋਂ ਗੁਰੂ ਸਾਹਿਬ ਚੱਲੇ ਨਾ, ਕਹਿੰਦੇ ਹਰ ਔਰਤ ਅੱਖਾਂ ਕੱਢ ਕੱਢ ਦੇਖਦੀ। ਇਹ ਤਿੰਨ ਫਕੀਰ ਕਿਹੜੇ ਆ? ਇੱਥੇ ਕਿਵੇਂ ਆ ਗਏ? ਪੀਠ ਕਾ ਹੀਰ ਬਰੇ ਵਿਪਨੀ ਪੁਨ, ਆਪਨ ਭਾਂਤ ਅਨੇਕਨ ਥਾਨੀ। ਹੁਣ ਇਸ ਰਾਜਧਾਨੀ ਦੇ ਰਾਜ ਦੇ ਵਿੱਚ ਸਤਿਗੁਰ ਜੀ ਕੁਝ ਭੀੜੀਆਂ ਗਲੀਆਂ 'ਚ ਜਾ ਵੜੇ। ਬੀਥਕਾ ਨਾਮ ਹੈ ਗਲੀ ਦਾ। ਹੁਣ ਭੀੜੀਆਂ ਗਲੀਆਂ ਕਿੱਦਾਂ ਹੁੰਦੀਆਂ? ਜਿਵੇਂ ਬੜੈਲ ਦੇ ਵਿੱਚ ਜਾ ਕੇ ਵੇਖੋ ਕਿੰਨੀਆਂ ਭੀੜੀਆਂ, ਏਦਾਂ ਹੀ ਘਰ ਆ ਕਰੋ ਤੇ ਸਾਹਮਣੇ ਹੁੰਦਾ। ਕਹਿੰਦੇ ਗੁਰੂ ਸਾਹਿਬ ਤੁਰੇ ਜਾਂਦੇ ਆ, ਔਰਤਾਂ ਬਾਹਰ ਬੈਠੀਆਂ ਨੇ, ਕੁਝ ਗੱਲਾਂ ਕਰਦੀਆਂ, ਹੱਸਦੀਆਂ, ਹਾਸਾ ਠੱਠਾ ਛੇੜਦੀਆਂ ਨੇ। ਛੇੜਨ ਤੋਂ ਭਾਵ ਟਿਚਰਾਂ ਕਰਦੀਆਂ ਨੇ। ਲੈ ਕੀ ਬੋਰੀਆਂ ਪਾਈ ਫਿਰਦੇ, ਬੰਦੀ ਪਾਟੇ ਕੱਪੜੇ ਪਾਈ ਫਿਰਦੇ। ਵੇ ਕਿਹੜੇ ਭਗਵੇ ਕੱਪੜੇ ਪਾ ਕੇ ਇੱਥੇ ਨਵੇਂ ਸਾਧ ਆ ਗਏ, ਟੰਗੇ ਜਾਣਗੇ ਡੰਗੇ ਜਾਣਗੇ, ਗੱਲਾਂ ਕਰਦੀਆਂ ਆਪਣੇ ਵੱਲੋਂ। ਤਾਂ ਜੋ ਉਕਸਾਉਂਦੀਆਂ ਨੇ ਵੀ ਫਕੀਰ ਜਾਂ ਤੇ ਨਿਕਲ ਜਾਣ ਤੇ ਜਾਂ ਫਿਰ ਸਾਡੇ ਜਾਦੂ ਦੇ ਵਾਸੇ ਆ ਜਾਣ। ਗੁਰੂ ਨਾਨਕ ਸਾਹਿਬ ਮਹਾਰਾਜ ਉੱਚਾ ਲੰਬਾ ਕੱਦ, ਸਰੀਰ ਸੋਹਣੇ ਹੱਦੋਂ ਵੱਧ ਨੇ, ਜਵਾਨੀ ਦੀ ਉਮਰ ਦੇ ਤੇ 36-37 ਸਾਲਾਂ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਪਿੱਛੇ ਪਿੱਛੇ ਕਹਿੰਦੇ ਮਰਗ ਦੇ ਪਿੱਛੇ ਲੋਕ ਚੱਲ ਪਏ, ਭੀੜ ਚਾਲ ਲੋਕਾਂ। ਕੋਈ ਇੱਥੇ ਅੱਜ ਅਸੀਂ ਜਿੰਨੇ ਮਰਜ਼ੀ ਡਿਵੈਲਪ ਹੋ ਗਏ, ਪਿੰਡਾਂ 'ਚ ਕੋਈ ਇੱਕ ਅੰਗਰੇਜ਼ ਆ ਜੇ, ਗੋਰਾ ਜੇ, ਸਾਰਾ ਪਿੰਡ ਪਿੱਛੇ ਆ ਤੁਰੇ, ਪਤਾ ਨਹੀਂ ਕਿਹੜੀ ਬਲਾ ਆ ਗਈ, ਕੀ ਆ ਗਿਆ, ਉਹ ਵੀ ਸ਼ਰਮਿੰਦਾ ਹੁੰਦਾ ਯਾਰ ਬੰਦਾ ਹੀ ਆ। ਕਹਿੰਦੇ ਸਤਿਗੁਰਾਂ ਦੇ ਪਿੱਛੇ ਪਿੱਛੇ ਉਹ ਔਰਤਾਂ ਤੁਰੀਆਂ ਫਿਰਦੀਆਂ ਨੇ, ਪਰ ਉਹ ਚਲਾਕ ਅੱਖਾਂ ਨਾਲ ਗੱਲਾਂ ਕਰਦੀਆਂ ਨੇ। ਕਹਿਨ ਪਨੇ ਮਰਦਾਨੇ ਤਬੈ, ਮੋਜਿਆ ਇਸ ਦੇਹੋ ਪਿਵੋ ਕਿਤ ਪਾਨੀ। ਚੱਲਦੇ ਚੱਲਦੇ ਭਾਈ ਮਰਦਾਨਾ ਜੀ ਨੂੰ ਬਚਨ ਫੜਿਆ। ਕਹਿੰਦੇ ਸਤਿਗੁਰੂ ਜੀ ਜੇ ਤੁਸੀਂ ਮੈਨੂੰ ਆਗਿਆ ਦੇ ਦਿਓ ਮੈਂ ਕਿਤੇ ਪਾਣੀ ਪੀ ਆਵਾਂ। ਸਤਿਗੁਰਾਂ ਪਿੱਛੇ ਮੁੜ ਵੇਖਿਆ, ਇਸ਼ਾਰਾ ਕੀਤਾ, ਨਹੀਂ ਪਤਾ ਨਹੀਂ ਪੀਣਾ ਪਾਣੀ। ਕਹਿੰਦਾ ਬਾਬਾ ਦੀ ਹੱਦ ਹੋ ਗਈ, ਰੋਟੀ ਮੰਗੋ ਤੁਸੀਂ ਤਾਂ ਕਹਿ ਦਿੰਦੇ ਹੋ ਅੱਗ ਦੇ ਫਲ ਖਾ ਲਾ, ਸਾਡੇ ਨਾਲ ਆਇਆ ਕਿਉਂ ਸੀ? ਮਰ ਜਾ, ਤੇ ਮੈਨੂੰ ਪਿਆਸ ਲੱਗੀ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਰਹਿਣ ਦੇ ਭਾਈ, ਛੱਡ ਪਾਣੀ ਦਾ ਖਹਿੜਾ, ਇੱਥੋਂ ਆਪਾਂ ਨਿਕਲਣ ਵਾਲੇ ਆ, ਕਿਤੇ ਹੋਰ ਛੱਡ ਲਈ। ਕਹਿੰਦਾ ਨਹੀਂ ਮੱਝ ਵੇਖੋ ਲੋਕੀ ਪਾਣੀ ਦੇ ਘੜੇ ਲਈ ਫਿਰਦੇ, ਜੀ ਤੋਂ ਮਰਜ਼ੀ ਮੰਗ ਕੇ ਪੀ ਲਾ। ਸੋ ਸਮਾਂ ਸਮਾਪਤ ਹੈ। ਬੜੇ ਪਿਆਰੇ ਪ੍ਰਸੰਗ ਅੱਗੇ ਆਉਣਗੇ ਜਿਨ੍ਹਾਂ ਵਿੱਚ ਜੀਵਨ ਜਿਉਣ ਦੀ ਜਾਚ ਸਿੱਖਣ ਨੂੰ ਮਿਲਦੀ ਹੈ, ਜਿਨ੍ਹਾਂ ਬਾਰੇ ਸੁਣ ਕੇ ਪਤਾ ਲੱਗਦਾ ਸਾਡੇ ਸਤਿਗੁਰੂ ਕਿੱਡੇ ਮਹਾਨ 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 ਹਨ। ਸਾਨੂੰ ਸਮਝਾਉਣ ਲਈ ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਚੋਜ ਵਰਤਾਏ। ਵਾਹਿਗੁਰੂ 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 ਵਾਹਿਗੁਰੂ।